साहिब जी। तू ठाकुर तुम पै अरदास, जियो पिंड सब तेरी रास हो। तुम मात पिता हम बारक तेरे, तुमरी कृपा में सूख कनेरे। कोई न जाने तुमरा अंतो, ऊंचे ते ऊंचा भगवंत। सगल समगरी तुमरा सूत्र धारी, तुम ते होए सुआज्ञाकारी। तुमरी गात मित तुम ही जानी, नानक दास सदा कुर्बानी। सगल द्वार को छाड़ के गयो तुहारो द्वार। बाहें गए की लाज अस, गोविंद दास तुहारो। सो कहो टल गुर सेविया, अनस सहज सुभाई। दर्शन परसया गुरु कै, जन्म मरण दुख जा। दर्शन परसया गुरु कै, जन्म मरण दुख जाए। सतनाम श्री वाहिगुरु साहिब जीओ। बसंत बाणी भगतां की, कबीर जी घर पहला। जोए खसम है जाया, पूत बाप खिलाया। बिन सरवना खीर पिलाया, जोए खसम है जाया। वाहिगुरु जी का खालसा, वाहिगुरु जी की फतेह। किरपा निधान गरीब नवाज, धन गुरु ग्रंथ साहिब जियां दी पवित्र हजूरी विच आप संगत ने बैठ के गुरबाणी दे कीर्तन, आसा दी वार सतगुरां दी जो बाणी है, इस नूं सुनिया है। इस तो पहला गुरबाणी जो नितनेम महाराज ने सानू बख्शिया है, वो भी आपां सरवण कीता है। वड्डे भाग प्राप्त होए जो सतगुरां दी गुरबाणी पढ़ रहे हाँ, सुन रहे हाँ।
ਗੁਰੂ ਦਰਸ਼ਨਾਂ ਦੀ ਦਾਤ ਪ੍ਰਾਪਤ ਕਰਦੇ ਪਏ ਹੋ। ਇਸ ਵੇਲੇ ਮਹਾਰਾਜ ਜੀ ਕਿਰਪਾ ਕਰਕੇ ਜੋ ਗੁਰਬਾਣੀ ਦੀ ਵਿਚਾਰ ਹੈ, ਗੁਰਬਾਣੀ ਦਾ ਸ਼ਬਦ, ਇਹ ਮਹਾਰਾਜ ਨੇ ਸਾਨੂੰ ਬਖਸ਼ਿਆ ਹੈ। ਆਓ ਮਨ ਦੇ ਧਿਆਨ ਨੂੰ ਟਿਕਾਈਏ, ਭਾਵਨਾ ਦੇ ਨਾਲ ਮਹਾਰਾਜ ਜੀਆਂ ਦੀ ਜੋ ਅੰਮ੍ਰਿਤ ਬਾਣੀ ਦੀ ਵਿਚਾਰ, ਭਗਤਾਂ ਦੀ ਰਸਨਾ ਤੋਂ ਮਹਾਰਾਜ ਕਿਰਪਾ ਕਰਦੇ, ਸਰਵਨ ਕਰੀਏ। ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਜੋਏ ਖਸਮ ਹੈ ਜਾਇਆ। ਬਸੰਤ ਰਾਗ ਦੇ ਅੰਦਰ ਇਹ ਕਬੀਰ ਸਾਹਿਬ ਜੀ ਦਾ ਸ਼ਬਦ ਹੈ। ਮਹਾਰਾਜ ਨੇ ਪਹਿਲਾਂ ਕਬੀਰ ਸਾਹਿਬ ਜੀਆਂ ਦਾ ਨਾਮ ਲਿਖਿਆ ਜਦੋਂ ਭਗਤਾਂ ਦੀ ਬਾਣੀ ਸ਼ੁਰੂ ਹੋਈ ਹੈ। ਹੁਣ ਇਹ ਸਾਰੇ ਸ਼ਬਦ ਇੱਕ ਇੱਕ ਕਰਕੇ ਕਬੀਰ ਸਾਹਿਬ ਦੇ ਆਉਂਦੇ ਪਏ। ਇਸ ਕਰਕੇ ਇੱਥੇ ਸ਼ਬਦ ਸ਼ੁਰੂ ਕਰਦਿਆਂ ਹੋਇਆਂ ਕਬੀਰ ਸਾਹਿਬ ਜੀ ਦਾ ਨਾਮ ਤਾਂ ਨਹੀਂ ਲਿਖਿਆ ਵੀ ਸ਼ਬਦ ਪਹਿਲਾਂ ਵੀ ਉਹਨਾਂ ਦੇ ਨੇ ਤੇ ਅੱਗੇ ਵੀ ਉਹਨਾਂ ਦੇ ਸ਼ਬਦ ਆਉਣਗੇ। ਤੁਖਾਰੀ, ਬਸੰਤ ਤੁਖਾਰੀ ਰਾਗ ਦੇ ਅੰਦਰ ਮਹਾਰਾਜ ਇਹ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ। ਕਬੀਰ ਸਾਹਿਬ ਜੀ ਨੂੰ ਕਿਸੇ ਨੇ ਆ ਕੇ ਪੁੱਛਿਆ, ਕਹਿੰਦਾ ਜੀ ਸੰਸਾਰ ਕਿਸ ਤਰ੍ਹਾਂ ਦਾ ਹੈ? ਇਹਦਾ ਜਵਾਬ ਦਿਓ ਵੀ ਆਪ ਨੂੰ ਸੰਸਾਰ ਨੂੰ ਕਿਸ ਤਰ੍ਹਾਂ ਵੇਖਦੇ ਹੋ, ਇਹ ਦੁਨੀਆ ਕਿਸ ਤਰ੍ਹਾਂ ਦੀ ਹੈ? ਕਬੀਰ ਸਾਹਿਬ ਜੀ ਕਹਿੰਦੇ ਅਸੀਂ 11 ਉਦਾਹਰਨਾਂ ਦੇਵਾਂਗੇ। ਜਿਵੇਂ ਇਹ 11 ਉਦਾਹਰਨਾਂ ਨਹੀਂ ਹੋ ਸਕਦੀਆਂ, ਝੂਠੀਆਂ ਨੇ, ਐਸੇ ਤਰ੍ਹਾਂ ਸੰਸਾਰ ਵੀ ਝੂਠਾ ਜਾਣ ਲਵੇ। ਫਿਰ ਪੁੱਛਿਆ ਕਬੀਰ ਸਾਹਿਬ ਉਹ ਕਿਹੜੀਆਂ 11 ਉਦਾਹਰਨਾਂ ਨੇ ਜਿਹੜੀਆਂ ਤੁਸੀਂ ਦਿਓਗੇ ਸਮਝਾਉਣ ਵਾਸਤੇ ਤੇ ਸੰਸਾਰ ਬਾਰੇ ਦੱਸੋਗੇ? ਤੇ ਸਾਹਿਬ ਕਬੀਰ ਜੀ ਫਿਰ ਉਦਾਹਰਨ ਦਿੰਦੇ ਨੇ ਸਮਝਾਉਣ ਵਾਸਤੇ, ਦ੍ਰਿਸ਼ਟਾਂਤ ਦਿੰਦੇ ਹਨ। ਜੋਏ ਖਸਮ ਹੈ ਜਾਇਆ। ਗੁਰਮੁਖੋ, ਜੋਏ ਨਾਮ ਹੈ ਇਸਤਰੀ ਦਾ, ਘਰ ਵਾਲੀ ਦਾ। ਜਿਵੇਂ ਕੋਈ ਬੰਦਾ ਇਹ ਗੱਲ ਕਵੇ ਵੀ ਇਸਤਰੀ ਨੇ ਆਪਣੇ ਪਤੀ ਨੂੰ ਜਨਮ ਦਿੱਤਾ, ਇਹ ਗੱਲ ਬਿਲਕੁਲ ਝੂਠੀ ਹੈ। ਕਿਉਂਕਿ ਪਤੀ ਨੇ ਤੇ ਉਹ ਇਸਤਰੀ ਨੂੰ ਵਿਆਹ ਕੇ ਲਿਆਂਦਾ ਹੈ। ਅੱਗੇ ਉਹਨਾਂ ਦੋਨਾਂ ਦਾ, ਪਤੀ ਪਤਨੀ ਦਾ ਤੇ ਬੱਚਾ ਪੈਦਾ ਹੋ ਸਕਦਾ ਹੈ। ਪਰ ਜੇ ਕੋਈ ਇਹ ਗੱਲ ਕਵੇ ਵੀ ਪਤਨੀ ਨੇ ਆਪਣੇ ਪਤੀ ਨੂੰ ਜਨਮ ਦਿੱਤਾ, ਕਹਿੰਦੇ ਇਹ ਗੱਲ ਬਿਲਕੁਲ ਝੂਠੀ ਹੈ, ਇਸ ਤਰ੍ਹਾਂ ਹੋ ਨਹੀਂ ਸਕਦਾ। ਐਸੇ ਤਰ੍ਹਾਂ ਸੰਸਾਰ ਝੂਠਾ ਹੈ। ਕਹਿੰਦੇ ਨੇ ਵੀ ਸੰਸਾਰ ਵਿੱਚ ਆ ਵੀ ਕੁਝ ਪਿਆ, ਆ ਵੀ ਕੁਝ ਪਿਆ। ਇਹ ਸੰਸਾਰ ਵੇਖਣ ਨੂੰ ਸੱਚਾ ਪ੍ਰਤੀਤ ਹੁੰਦਾ ਪਰ ਸੱਚਾ ਨਹੀਂ ਹੈ, ਝੂਠਾ। ਕਿਵੇਂ? ਜਿਵੇਂ ਕਹਿਣ ਲੱਗੇ ਕਿ ਇੱਕ ਇਸਤਰੀ ਆਪਣੇ ਪਤੀ ਨੂੰ ਜਨਮ ਨਹੀਂ ਦਿੰਦੀ ਹੈ, ਪਤੀ ਦੀ ਸੰਤਾਨ ਨੂੰ ਤੇ ਜਨਮ ਦਿੰਦੀ ਹੈ ਪਰ ਪਤੀ ਨੂੰ ਜਨਮ ਨਹੀਂ ਦਿੰਦੀ। ਇਹ ਇੱਕ ਉਦਾਹਰਨ ਉਹਨਾਂ ਨੇ ਦਿੱਤੀ ਹੈ। ਪੂਤ ਬਾਪ ਖਿਲਾਇਆ। ਦੂਜੀ ਉਦਾਹਰਨ ਦਿੰਦੇ ਪਏ, ਕਹਿੰਦੇ ਜਿਵੇਂ ਕੋਈ ਬੰਦਾ ਇਹ ਗੱਲ ਕਵੇ ਵੀ ਪੁੱਤਰ ਆਪਣੇ ਬਾਪ ਨੂੰ ਲੋਰੀਆਂ ਦਿੰਦਾ ਹੈ, ਤੇ ਗੱਲ ਤੇ ਇਹ ਵੀ ਝੂਠੀ ਹੈ। ਬਾਪ ਹੋਵੇਗਾ, ਮਾਂ ਹੋਵੇਗੀ ਤੇ ਪੁੱਤਰ ਤੇ ਤਾਂ ਹੀ ਪੈਦਾ ਹੋਵੇਗਾ। ਪਰ ਜੇ ਪੁੱਤਰ ਪਹਿਲਾਂ ਹੀ ਪੈਦਾ ਹੋ ਗਿਆ, ਮਾਂ ਹੈ ਨਹੀਂ ਹੈ, ਤੇ ਬਾਪ ਨੂੰ ਪੁੱਤਰ ਨੇ ਲੋਰੀਆਂ ਦਿੱਤੀਆਂ, ਇਹ ਦੂਜੀ ਉਦਾਹਰਨ ਹੈ। ਕਹਿਣ ਲੱਗੇ ਵਜਨ ਤੇ ਫਿਰ ਇਹ ਵੀ ਸੱਚਾ ਨਹੀਂ ਹੈ। ਜਿਵੇਂ ਇਹ ਸੱਚਾ ਵਜਨ ਨਹੀਂ ਹੋ ਸਕਦਾ ਵੀ ਪੁੱਤਰ ਆਪਣੇ ਬਾਪ ਨੂੰ ਲੋਰੀਆਂ ਆਪਣੀ ਗੋਦੀ ਵਿੱਚ ਲੈ ਕੇ ਨਹੀਂ ਦੇ ਸਕਦਾ ਹੈ, ਐਸੇ ਤਰ੍ਹਾਂ ਕਹਿੰਦੇ ਭਾਈ ਇਹ ਸੰਸਾਰ ਵੇਖਣ ਨੂੰ ਸੱਚਾ ਜ਼ਰੂਰ ਲੱਗਦਾ ਹੈ ਪਰ ਹੈ ਇਸ ਕਹਾਣੀ ਵਰਗਾ ਝੂਠਾ ਹੀ ਹੈ। ਜਿਹੜੀ ਕਹਾਣੀ ਤੁਹਾਨੂੰ ਸੁਣਾਉਂਦੇ ਪਏ ਆ, ਜਿਵੇਂ ਇੱਕ ਪੁੱਤਰ ਆਪਣੇ ਬਾਪ ਨੂੰ ਲੋਰੀਆਂ ਨਹੀਂ ਦਿੰਦਾ ਜਾਂ ਪੈਦਾ ਨਹੀਂ ਕਰ ਸਕਦਾ, ਇਸ ਤਰ੍ਹਾਂ ਭਾਈ ਇਹ ਦੂਜਾ ਉਦਾਹਰਨ ਸਮਝ ਲੈਣਾ ਕਰੋ। ਬਿਨ ਸਰਵਣਾ ਖੀਰ ਪਿਲਾਇਆ। ਕਹਿਣ ਲੱਗੇ ਗੁਰਮੁਖੋ, ਜਿਹੜੇ ਥਣ ਹੁੰਦੇ ਮੱਝਾਂ ਦੇ, ਉਹਨਾਂ ਥਣਾਂ ਵਿੱਚ ਛੇਕ ਹੁੰਦਾ, ਉਹਦੇ ਵਿੱਚੋਂ ਦੀ ਦੁੱਧ ਬਾਹਰ ਨਿਕਲਦਾ। ਥਣ ਨੂੰ ਦਬੀਏ ਤੇ ਦੁੱਧ ਨਿਕਲਦਾ, ਉਹਦੀ ਫਿਰ ਅੱਗੇ ਦੁੱਧ ਗਰਮ ਕਰ ਲਈਏ, ਭਾਵੇਂ ਉਹਦਾ ਮੱਖਣ ਬਣਾ ਲਈਏ, ਦਹੀਂ ਬਣਾ ਲਈਏ, ਦੁੱਧ ਪੀ ਲਈਏ। ਅੱਜ ਕੱਲ੍ਹ ਲੋਕ ਚਾਹ ਵੀ ਪੀ ਲੈਂਦੇ, ਜੋ ਮਰਜ਼ੀ ਕਰ ਲਈਏ,
ਪਰ ਜੇ ਮੰਨ ਲਓ ਵੀ ਮੱਝ ਦੇ ਥਣਾ ਵਿੱਚ ਛੇਕ ਹੀ ਨਾ ਹੋਵੇ ਤੇ ਫਿਰ ਦੁੱਧ ਆਵੇਗਾ ਕਿੱਥੋਂ? ਤੇ ਕੋਈ ਬੰਦਾ ਆਖੇ ਵੀ ਮੈਂ ਤੇ ਦੁੱਧ ਪੀ ਲਿਆ ਗਰਮ ਕਰਕੇ, ਤੇ ਕਹਿੰਦੇ ਝੂਠਾ ਹੀ ਵਚਨ ਹੈ ਨਾ। ਕਹਿਣ ਵਾਲੇ ਨੇ ਕਹਿਣਾ ਵੀ ਥਣਾ ਵਿੱਚ ਛੇਦ ਤੇ ਹੈ ਹੀ ਨਹੀਂ, ਤੇ ਦੁੱਧ ਆਇਆ ਕਿੱਥੋਂ, ਤੇ ਤੂੰ ਕਿਵੇਂ ਪੀ ਲਿਆ? ਮਹਾਰਾਜ ਕਹਿੰਦੇ ਬਿਨ ਸ਼ਰਵਣਾ, ਸ਼ਰਵਣ ਤੋਂ ਭਾਵ ਹੁੰਦਾ ਵਗਣਾ, ਬਿਨਾਂ ਵਗਣ ਤੋਂ ਦੁੱਧ ਵਗਿਆ ਹੀ ਨਹੀਂ ਥਣ ਵਿੱਚੋਂ ਬਾਹਰ। ਤੇ ਬੰਦਾ ਕਹਿੰਦਾ ਪਿਆ ਵੀ ਮੈਂ ਤੇ ਦੁੱਧ ਪੀ ਲਿਆ, ਕਹਿੰਦੇ ਝੂਠਾ ਵਚਨ ਹੀ ਹੈ ਭਾਈ, ਇਹ ਤੇ ਐਵੇਂ ਮਨ ਨੂੰ ਤਸੱਲੀ ਦੇਣ ਵਾਲੀ ਗੱਲ ਹੈ। ਪਾਤਸ਼ਾਹ ਫਰਮਾਉਂਦੇ ਜਿਵੇਂ ਇਹ ਗੱਲ ਝੂਠੀ ਹੈ, ਬਿਲਕੁਲ ਐਸੇ ਤਰ੍ਹਾਂ ਜੇ ਸੰਸਾਰ ਨੂੰ ਸੱਚਾ ਕਰਕੇ ਮੰਨੀ ਬੈਠਾ, ਇਹ ਸੰਸਾਰ ਵੀ ਐਸੇ ਤਰ੍ਹਾਂ ਝੂਠਾ ਹੀ ਹੈ, ਨਸ਼ਵਰ ਹੈ, ਨਾਸਵੰਤ ਹੈ। ਇਹ ਤੀਜੀ ਉਦਾਹਰਨ ਦਿੱਤੀ ਹੈ। ਇਹ ਉਦਾਹਰਨਾਂ ਉਹ ਨੇ ਜਿਹੜੀਆਂ ਸਾਡੀ ਜ਼ਿੰਦਗੀ ਵਿੱਚ ਸਾਡੇ ਸਾਹਮਣੇ ਵਾਪਰਦੀਆਂ ਪਈਆਂ, ਤੇ ਸਾਨੂੰ ਪਤਾ ਵੀ ਇਸ ਤਰ੍ਹਾਂ ਨਹੀਂ ਹੋ ਸਕਦਾ। ਜੇ ਛੇਦ ਨਾ ਹੋਵੇ ਤੇ ਕਹਿੰਦੇ ਵੀ ਇਹ ਥਣ ਬੰਦ ਹੋ ਗਿਆ, ਖਰਾਬ ਹੋ ਗਿਆ ਹੈ। ਵੈਦ ਹਕੀਮ ਡਾਕਟਰ ਪਸ਼ੂਆਂ ਦਾ ਬੁਲਾ ਕੇ ਉਹਦਾ ਇਲਾਜ ਕਰਨਾ ਪੈਂਦਾ ਹੈ। ਪਰ ਜੇ ਥਣ ਜਮਾਂਦਰੂ ਹੀ ਬੰਦ ਹੋਵੇ, ਉਹਦੇ ਵਿੱਚ ਛੇਕ ਹੋਵੇ ਹੀ ਨਾ, ਤੇ ਫਿਰ ਪਾਤਸ਼ਾਹ ਕਹਿੰਦੇ ਦੁੱਧ ਕਿੱਥੋਂ ਚੋਵੇਂਗਾ ਤੇ ਪੀਵੇਂਗਾ ਕਿਵੇਂ? ਜਿਵੇਂ ਇਹ ਬਚਨ ਝੂਠਾ ਹੈ, ਐਸੇ ਤਰ੍ਹਾਂ ਸੰਸਾਰ ਵੀ ਝੂਠਾ ਹੈ। ਦੇਖੋ ਲੋਕਾਂ ਕਲ ਕੋ ਭਾਓ। ਪਾਤਸ਼ਾਹ ਕਹਿੰਦੇ ਵੇਖੋ ਭਾਈ, ਇਹ ਕਲਯੁਗ ਜਿਹੜਾ ਹੈ ਨਾ, ਕਲਾ ਰੂਪ ਸੰਸਾਰ, ਇਹਦਾ ਭਾਓ ਕਹੀਏ ਇਸ ਤਰ੍ਹਾਂ ਵੇਖਣਾ ਕਰੋ। ਇਹ ਕਲਯੁਗ ਨੂੰ, ਕਲਯੁਗ ਦਾ ਸਮਾਂ ਇਸ ਤਰ੍ਹਾਂ ਕਹਿੰਦੇ ਵੇਖਣਾ ਕਰੋ, ਐਡਾ ਭਿਆਨਕ ਸਮਾਂ ਹੈ। ਸੁਤ ਮੁਕਲਾਈ ਆਪਣੀ ਮਾਓ। ਕਬੀਰ ਸਾਹਿਬ ਜੀ ਕਹਿੰਦੇ ਇਹ ਚੌਥੀ ਉਦਾਹਰਨ ਇਹ ਹੈ ਵੀ ਜੇ ਕੋਈ ਬੰਦਾ ਇਹ ਗੱਲ ਕਹੇ ਵੀ ਪੁੱਤਰ ਨੇ ਆਪਣੀ ਮਾਂ ਦਾ ਮਕਲਾਵਾ ਲੈ ਆਂਦਾ ਹੈ, ਤੇ ਕਹਿੰਦੇ ਬਚਨ ਤੇ ਇਹ ਵੀ ਝੂਠਾ ਹੀ ਹੈ। ਜਿਸ ਤਰ੍ਹਾਂ ਨਹੀਂ ਹੋ ਸਕਦਾ ਵੀ ਪੁੱਤਰ ਆਪਣੀ ਮਾਂ ਦਾ ਮਕਲਾਵਾ ਨਹੀਂ ਲਿਆ ਸਕਦਾ, ਬਚਨ ਝੂਠਾ ਕਹਿਣ ਮਾਤਰ ਹੀ ਹੈ। ਪਰ ਬਾਦਸ਼ਾਹ ਕਹਿੰਦੇ ਐਸੇ ਤਰ੍ਹਾਂ ਇਹ ਭਾਈ ਸੰਸਾਰ ਵੀ ਝੂਠਾ ਕਹਿਣ ਮਾਤਰ ਹੀ ਹੈ, ਵੀ ਸੰਸਾਰ ਹੈ, ਸੰਸਾਰ ਹੈ, ਪਰ ਹੈ ਨਹੀਂ ਹੈ, ਹੈ ਨਾਸਵੰਤ ਹੀ ਹੈ। ਜਿਵੇਂ ਇਹ ਸਾਰੇ ਬਚਨ ਕਹਿਣ ਵਾਸਤੇ ਹੀ ਨੇ, ਸੱਚੇ ਨਹੀਂ ਹੋ ਸਕਦੇ, ਐਸੇ ਤਰ੍ਹਾਂ ਸੰਸਾਰ ਸੱਚਾ ਨਹੀਂ। ਗੁਰਮੁਖੋ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਕਲਯੁਗ ਦੇ ਸਮੇਂ ਨੂੰ ਵਰਣਨ ਕੀਤਾ ਆਪਣੀ ਬਾਣੀ ਵਿੱਚ। ਜਿਵੇਂ ਇਹ ਸ਼ਬਦ ਆ ਗਿਆ ਨਾ, ਉਹਦੇ ਵਿੱਚ ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਕਹਿੰਦੇ ਭਾਈ ਤੁਹਾਨੂੰ ਸੁਣਾਈਏ ਇਹ ਕਲਯੁਗ ਦਾ ਸਮਾਂ ਕਿਵੇਂ ਦਾ ਹੈ, ਕਿਵੇਂ ਦਾ ਭਿਅੰਕਰ ਸਮਾਂ ਕਲਯੁਗ ਦਾ, ਜਿਵੇਂ ਦਾ ਸਮਾਂ ਚੱਲਦਾ ਪਿਆ ਹੈ। ਕਹਿਣ ਲੱਗੇ ਅਬ ਮੈਂ ਮਹਾ ਸੁਧ ਮਤ ਕਰਕੇ, ਹੁਣ ਪੂਰਾ ਧਿਆਨ ਟਿਕਾ ਕੇ ਕਹੋ ਕਥਾ ਚਿਤ ਲਾਏ ਵਿਚਰ ਕੇ। ਹੁਣ ਕਥਾ ਕਹਿੰਦੇ ਆ ਵੀ ਕਲਯੁਗ ਦੇ ਵਿੱਚ ਕੀ ਹੋਣਾ ਹੈ। ਤੁਸੀਂ ਆਪ ਹੀ ਸੁਣਦੇ ਰਹਿੰਦੇ, ਪੜ੍ਹਦੇ ਰਹਿੰਦੇ ਵੀ ਕਲਯੁਗ ਦਾ ਸਮਾਂ ਕਿਵੇਂ ਦਾ। ਤੇ ਪਾਤਸ਼ਾਹ ਕਹਿਣ ਲੱਗੇ ਭਾਰਾ ਕ੍ਰਿਤ ਹੂਤ ਜਬ ਧਰਨੀ, ਧਰਤੀ ਦੇ ਉੱਪਰ ਬੜੇ ਪਾਪ ਵੱਧ ਜਾਣ। ਕਲਯੁਗ ਦੀ ਨਿਸ਼ਾਨੀ ਇਹ ਹੈ। ਜਿਵੇਂ ਕਹਿੰਦੇ ਗਾਵਾਂ ਗੰਦ ਖਾਣ ਲੱਗ ਪੈਂਦੀਆਂ, ਥਾਵਾਂ ਥਾਵਾਂ ਤੇ ਚੋਰੀ ਯਾਰੀ ਡਾਕੇ ਵੱਜਦੇ, ਕਤਲ ਹੁੰਦੇ ਪਏ, ਕੁਕਰਮ ਹੁੰਦੇ ਪਏ। ਧਰਤੀ ਤੇ ਕਹਿੰਦੇ ਕਲਯੁਗ ਦੇ ਸਮੇਂ ਵਿੱਚ ਬੜਾ ਭਾਰੀ ਪਾਪ ਵਧੇਗਾ। ਪਾਪ ਗ੍ਰਸਤ ਕਛੂ ਜਾਤ ਨਾ ਵਰਣੀ, ਵਰਣਨ ਨਹੀਂ ਕੀਤਾ ਜਾਵੇਗਾ। ਕਲਮ ਸਿਆਹੀ ਕਾਗਜ਼ ਮੁੱਕ ਜਾਵੇਗਾ, ਪਰ ਪਾਪ ਵਰਣਨ ਨਹੀਂ ਕੀਤਾ ਜਾ ਸਕਦਾ, ਦੱਸਿਆ ਨਹੀਂ ਜਾਵੇਗਾ। ਭਾਂਤ ਭਾਂਤ ਤਨ ਹੋਤ ਉਤਪਾਤਾ, ਕਈਆਂ ਤਰ੍ਹਾਂ ਦੇ ਝਗੜੇ ਹੋਣ ਲੱਗ ਪੈਣਗੇ ਕਲਯੁਗ ਦੇ ਵਿੱਚ। ਹਰੇਕ ਘਰੇ ਕਲੇਸ਼ ਪੈ ਜਾਵੇਗਾ ਕਿਸੇ ਨਾ ਕਿਸੇ ਗੱਲ ਦੇ ਵਿੱਚ। ਪੁੱਤਰੈ ਸੇਜ ਸੋਵਤ ਲੈ ਮਾਤਾ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਬਚਨ ਲਿਖਿਆ। ਕਹਿਣ ਲੱਗੇ ਕਲਯੁਗ ਇੰਨਾ ਭਿਆਨਕ ਹੋਵੇਗਾ ਕਿ ਮਾਂ ਆਪਣੇ ਪੁੱਤਰ ਨੂੰ ਨਾਲ ਲੈ ਕੇ ਆਪਣੇ ਘਰ ਵਿੱਚ ਸੌਂ ਜਿਆ ਕਰੇਗੀ। ਇਸ ਤਰ੍ਹਾਂ ਦਾ ਭਾਰੀ ਸਮਾਂ ਭਿਅੰਕਰ ਸੰਸਾਰ ਵਿੱਚ ਬਣ ਜਾਣਾ ਹੈ। ਇਸ ਤਰ੍ਹਾਂ ਦਾ ਮਾੜਾ ਸਮਾਂ ਦੁਨੀਆ ਤੇ ਆ ਜਾਣਾ ਹੈ ਕਿ ਰਿਸ਼ਤਾ ਜਿਹੜਾ ਉਹ ਖਤਮ ਹੋ ਜਾਏਗਾ, ਤਾਰ ਤਾਰ ਹੋ ਜਾਏਗਾ। ਗੁਰਮੁਖੋ, ਮਹਾਰਾਜ ਜੀਆਂ ਦੇ ਬਚਨ ਕੇਵਲ ਕਹਿ ਨਹੀਂ, ਬਚਨ ਸੱਚੇ ਨੇ ਪਾਤਸ਼ਾਹ ਦੇ। ਅੱਜ ਤੁਸੀਂ ਸੋਸ਼ਲ ਮੀਡੀਆ ਖੋਲ ਕੇ ਵੇਖ ਲਓ, ਇੰਨਾ ਕੁਕਰਮ ਹੁੰਦਾ ਪਿਆ, ਇੰਨਾ ਗੰਦ ਉਹਦੇ 'ਚ ਵਿਖਾਇਆ ਜਾਂਦਾ ਹੈ ਕਿ ਵੇਖ ਕੇ ਕੋਈ ਕਹਿ ਹੀ ਨਹੀਂ ਸਕਦਾ ਵੀ ਇਹਨਾਂ ਦਾ ਭੈਣਾਂ ਭਰਾਵਾਂ ਦਾ ਰਿਸ਼ਤਾ ਹੈ ਕਿ ਮਾਂ ਪੁੱਤਰ ਦਾ ਰਿਸ਼ਤਾ ਹੈ। ਕੋਈ ਵੇਖ ਕੇ ਨਹੀਂ ਕਵੇਗਾ। ਜਿਹੋ ਜੀ ਲੱਚਰਚਾਰੀ ਉੱਥੇ ਵਾਪਰਦੀ ਪਈ ਹੈ ਨਾ, ਗੰਦ ਵਿਖਾਇਆ ਜਾਂਦਾ ਹੈ, ਭੈੜਾ ਜਿਹੜਾ ਹੈ ਉਹ ਕੰਮ ਕਰਕੇ ਵਿਖਾਇਆ ਜਾਂਦਾ, ਕੋਈ ਕਹਿ ਨਹੀਂ ਸਕੇਗਾ।
ਵੀ ਇਹ ਰਿਸ਼ਤਾ ਇਹਨਾਂ ਦਾ ਐਡਾ ਪਵਿੱਤਰ ਹੋ ਸਕਦਾ ਹੈ। ਪਾਤਸ਼ਾਹ ਕਹਿਣ ਲੱਗੇ ਭਾਈ ਸੁਤਾ ਪਿਤਾ ਤਨ ਰਮਤ ਨਿਸੰਕਾ, ਇਹ 10ਵੇਂ ਪਾਤਸ਼ਾਹ ਦੇ ਬਚਨ ਨੇ। ਪਿਓ ਤੇ ਧੀ ਦਾ ਵੀ ਰਿਸ਼ਤਾ ਨਹੀਂ ਰਹਿ ਜਾਏਗਾ, ਇਹ ਵੀ ਰਿਸ਼ਤਾ ਗੰਦਾ ਹੀ ਹੋ ਜਾਏਗਾ, ਅਪਵਿੱਤਰ ਤੇ ਮਲੀਨ ਹੋ ਜਾਵੇਗਾ, ਕੁਕਰਮੀ ਬਣ ਜਾਵੇਗਾ। ਭਗਨੀ ਭਰਤ ਭਰਾਤ ਕਹਿ ਅੰਕਾ, ਭੈਣ ਤੇ ਭਰਾ ਦਾ ਵੀ ਰਿਸ਼ਤਾ ਨਹੀਂ ਰਹੇਗਾ, ਮੁੱਕ ਜਾਏਗਾ। ਅੱਜ ਤੁਸੀਂ ਵੇਖਦੇ ਪਏ ਭੈਣਾਂ ਭਰਾ ਹੀ ਵਿਆਹ ਕਰਾ ਲੈਂਦੇ ਇੱਕ ਦੂਜੇ ਦੇ ਨਾਲ। ਸੋ ਪਾਤਸ਼ਾਹ ਕਹਿੰਦੇ ਨਹੀਂ, ਇਹ ਰਿਸ਼ਤਾ ਮਲੀਨ ਹੋ ਜਾਣਾ, ਰਹਿਣਾ ਨਹੀਂ। ਇਹ ਕਲਯੁਗ ਦੀਆਂ ਨਿਸ਼ਾਨੀਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ ਲਿਖੀਆਂ। ਕਹਿੰਦੇ ਕਲਕੀ ਅਵਤਾਰ ਆਵੇਗਾ, 24ਵਾਂ ਅਵਤਾਰ ਜਿਹਨੂੰ ਕਿਹਾ ਕਲਯੁਗ ਦੇ ਵਿੱਚ। ਤੇ ਪੁੱਛਿਆ ਮਹਾਰਾਜ ਨਿਸ਼ਾਨੀਆਂ ਕੀ? ਪਾਤਸ਼ਾਹ ਕਹਿੰਦੇ ਆਹ ਨਿਸ਼ਾਨੀਆਂ ਹੋਣਗੀਆਂ ਉਸ ਵੇਲੇ ਕਿ ਭੈਣ ਭਰਾ ਦਾ ਰਿਸ਼ਤਾ ਪਵਿੱਤਰ ਨਹੀਂ ਰਹਿ ਜਾਣਾ, ਕੁਕਰਮੀ ਹੋ ਜਾਣਗੇ। ਭੈਣ ਆਪਣੇ ਭਰਾ ਦੀ ਸੰਤਾਨ ਹੀ ਪੈਦਾ ਕਰੇਗੀ, ਇਸ ਤਰ੍ਹਾਂ ਦਾ ਸਮਾਂ ਬਣਨਾ ਹੈ। ਤੇ ਪਾਤਸ਼ਾਹ ਕਹਿਣ ਲੱਗੇ ਭਰਾਤ ਭੈਣ ਤਨ ਕਰਤ ਬਿਹਾਰਾ, ਵਿਆਹ ਕਰਾ ਲੈਣਗੇ ਆਪਸ ਵਿੱਚ ਭੈਣਾਂ ਤੇ ਭਰਾ। ਇਸਤਰੀ ਤਜੀ ਸਗਲ ਸੰਸਾਰਾ, ਸਾਰਾ ਸੰਸਾਰ ਹੀ ਕੁਕਰਮੀ ਹੋ ਜਾਣਾ ਹੈ। ਸ਼ੰਕਰ ਵਰਨ ਪ੍ਰਜਾ ਸਭ ਹੋਈ, ਏਕ ਗਿਆਤ ਕੋ ਰਹਾ ਨਾ ਕੋਈ। ਇਹ ਜਿਹੜੀ ਸਾਰੀ ਪ੍ਰਜਾ ਹੈ ਨਾ ਕੁਕਰਮ ਵਿੱਚ ਲੱਗ ਕੇ ਤੇ ਨੀਚ ਪੁਣੇ ਤੇ ਆ ਜਾਵੇਗੀ, ਐਸਾ ਸਮਾਂ ਬਣਨਾ ਹੈ। ਅਤ ਵਿਵਚਾਰ ਫਸੀ ਬਰ ਨਾਰੀ, ਧਰਮ ਰੀਤ ਕੀ ਪ੍ਰੀਤ ਬਸਾਰੀ। ਇਸ ਤਰ੍ਹਾਂ ਦਾ ਅਤਿਆਚਾਰ ਹੋਵੇਗਾ, ਧਰਮ ਨਹੀਂ ਦੁਨੀਆ ਤੇ ਰਵੇਗਾ, ਐਸੇ ਕੁਕਰਮ ਹੋ ਜਾਣਗੇ। ਘਰ ਘਰ ਝੂਠ ਅਮਸਿਆ ਭਈ, ਸਾਚ ਕਲਾ ਸਸ ਕੀ ਦੁਰ ਗਈ। ਜੈ ਤੈ ਹੋਣ ਲਗੇ ਉਤਪਾਤਾ, ਭੋਗਤ ਪੂਤ ਸੇਜ ਚੜ ਮਾਤਾ। ਇਹ ਮਹਾਰਾਜ ਨੇ ਲਿਖਿਆ ਹੈ ਵੀ ਇਸ ਤਰ੍ਹਾਂ ਦੇ ਲੋਕ ਕਲਯੁਗ ਦੇ ਸਮੇਂ ਵਿੱਚ ਭਿਅੰਕਰ ਹੋ ਜਾਣਗੇ। ਗੁਰਮੁਖੋ ਇਹ ਬਚਨ ਕੇਵਲ ਇਸ਼ਾਰੇ ਮਾਤਰ ਨੇ, ਸਾਨੂੰ ਪਤਾ ਹੀ ਹੈ ਵੀ ਦੁਨੀਆ ਤੇ ਕੀ ਹੋ ਰਿਹਾ ਹੈ। ਸਾਰੇ ਬਚਨ ਖੁੱਲ੍ਹ ਕੇ ਦੱਸਣੇ ਉਹ ਬੜਾ ਭਾਰੀ, ਆਪਾਂ ਨੂੰ ਸਮਝਣ ਵਾਸਤੇ ਇਹ ਬਚਨ ਕੇਵਲ ਇਸ਼ਾਰਾ ਹੀ ਹੈ ਮਹਾਰਾਜ ਸਾਹਿਬ ਜੀਆਂ ਦਾ। ਪਾਤਸ਼ਾਹ ਕਹਿਣ ਲੱਗੇ ਤੁਹਾਨੂੰ ਬਚਨ ਸੁਣਾ ਦਈਏ, ਹਿੰਦੂ ਕੋਈ ਨਾ ਤੁਰਕਾ ਰਹਿ, ਨਾ ਹਿੰਦੂ ਧਰਮ ਰਹਿ ਜਾਣਾ ਨਾ ਮੁਸਲਮਾਨ ਰਹਿ ਜਾਣਾ, ਰਲਾ ਮਲਾ ਜਿਹੀ ਹੋ ਜਾਣਾ ਇੱਕ ਦੂਜੇ ਦੇ। ਹਿੰਦੂ ਮੁਸਲਮਾਨਾਂ 'ਚ ਵਿਆਹ ਕਰਾ ਲੈਣਗੇ ਤੇ ਮੁਸਲਮਾਨ ਹਿੰਦੂਆਂ 'ਚ ਵਿਆਹ ਕਰਾ ਲੈਣਗੇ, ਧਰਮ ਦਾ ਪਰਪੱਖ ਕੋਈ ਨਹੀਂ ਰਹੇਗਾ। ਸਿੱਖ ਹਿੰਦੂਆਂ ਨਾਲ ਵੀ ਵਿਆਹ ਕਰਾਉਣਗੇ ਤੇ ਮੁਸਲਮਾਨਾਂ ਨਾਲ ਵੀ ਵਿਆਹ ਹੋ ਜਾਣਗੇ, ਬੇਟੀਆਂ ਦੇ ਪੁੱਤਰਾਂ ਦੇ। ਕਹਿੰਦੇ ਕਲਯੁਗ ਦਾ ਸਮਾਂ ਆਵੇਗਾ ਭਾਈ ਇਸ ਤਰ੍ਹਾਂ ਦਾ। ਤੇ ਗੁਰਮੁਖੋ ਅੱਜ ਤੁਸੀਂ ਵੇਖਦੇ ਹੀ ਪਏ ਨਾ, ਇਹ ਸਮਾਂ ਅੱਜ ਬਣਿਆ ਹੋਇਆ ਹੈ। ਵਿਰੋਧੀ ਧਰਮ ਦੇ ਵਿੱਚ ਜਾ ਕੇ ਵਿਆਹ ਹੁੰਦਾ, ਕਹਿੰਦੇ ਜੀ ਇਹ ਲਵ ਮੈਰਿਜ, ਪਿਆਰ ਦਾ ਵਿਆਹ। ਪਰ ਜਦੋਂ ਥੋੜ੍ਹੇ ਸਮੇਂ ਬਾਅਦ ਹਕੀਕਤ ਸਾਹਮਣੇ ਆਉਂਦੀ ਹੈ ਨਾ, ਤੇ ਫਿਰ ਕੋਰਟ ਕਚਹਿਰੀਆਂ ਦੇ ਚੱਕਰ ਸਭ ਕੁਝ ਉੱਥੇ ਖਤਮ ਹੋ ਜਾਂਦਾ ਹੈ। ਲੰਮੀ ਵਿਚਾਰ ਹੈ। ਕਹਿਣ ਲੱਗੇ ਕਲਯੁਗ ਦੇ ਸਮੇਂ ਦੀ ਇਹ ਨਿਸ਼ਾਨੀ ਹੈ। ਮਹਾਰਾਜ ਕਹਿੰਦੇ ਇਸ ਤਰ੍ਹਾਂ ਦਾ ਸਮਾਂ ਆਵੇਗਾ, ਲੋਕ ਇਸ ਤਰ੍ਹਾਂ ਹੀ ਕਰਨਗੇ। ਤੇ ਪਾਤਸ਼ਾਹ ਕਹਿਣ ਲੱਗੇ ਏਕ ਏਕ ਕੇ ਪੰਥ ਨਾ ਚਲ ਹੈ, ਏਕ ਏਕ ਹੀ ਬਾਤ ਉਥਲ। ਇੱਕ ਰਸਤੇ ਤੇ ਕੋਈ ਨਹੀਂ ਚੱਲੇਗਾ। 10 ਬੰਦੇ ਹੋਣਗੇ ਨਾ, ਉਹਨੇ ਕਹਿਣਾ ਸਾਡੇ 10ਾਂ ਦੇ ਰਾਹ ਵੱਖਰੇ ਨੇ, ਮੈਂ ਇੱਧਰ ਨੂੰ ਜਾਣਾ ਤੂੰ ਉੱਧਰ ਨੂੰ ਜਾ। ਇੱਕ ਬੰਦਾ ਗੱਲ ਕਹੇਗਾ ਨਾ ਵੀ ਆਹ ਕੰਮ ਆਪਾਂ ਇੱਦਾਂ ਕਰਨਾ, 10 ਬੰਦੇ ਕਹਿਣਗੇ ਨਹੀਂ ਇਹ ਨਹੀਂ, ਆਪਾਂ ਦੂਜਾ ਰਾਇ ਦੇਗਾ ਵੀ ਇੱਦਾਂ ਕਰੀਏ। ਤੀਜਾ ਕਹੇਗਾ ਵੀ ਆਪਾਂ ਇੱਦਾਂ ਕਰੀਏ। ਚੌਥਾ ਕਹੇਗਾ ਵੀ ਨਹੀਂ ਆਪਾਂ ਨੂੰ ਇਸ ਤਰ੍ਹਾਂ ਕਰਨਾ ਚਾਹੀਦਾ ਹੈ। 10 ਬੰਦੇ ਹੋਣਗੇ ਤੇ ਰਾਇ 10ਾਂ ਦੀ ਵੱਖਰੀ ਹੋਵੇਗੀ, 10 ਬੰਦੇ ਹੋਣਗੇ ਤੇ ਰਾਹ ਵੀ 10ਾਂ ਦਾ ਵੱਖਰਾ ਹੋਵੇਗਾ। ਇਹ ਕਲਯੁਗ ਦੇ ਸਮੇਂ ਦੀਆਂ ਨਿਸ਼ਾਨੀਆਂ ਮਹਾਰਾਜ ਕਹਿੰਦੇ ਇਸ ਤਰ੍ਹਾਂ ਦਾ ਉਸ ਵੇਲੇ ਇਹ ਦੁਨੀਆ ਤੇ ਇਹ ਬੰਨਾ ਹੈ ਆ ਕੇ। ਪਾਪ ਕਹਿ ਲਈਏ ਕੋ ਕਰਮ, ਘਰ ਘਰ ਹੋਏ ਬੈਠ ਹੈ ਰਾਮਾ। ਪਾਤਸ਼ਾਹ ਕਹਿੰਦੇ ਅੱਗੇ ਸੁਣੋ, ਹਰੇਕ ਘਰ ਦੇ ਵਿੱਚ ਇੱਕ ਰੱਬ ਬੈਠਾ ਹੋਵੇਗਾ। ਉਹ ਆਖੇਗਾ ਮੇਰੀ ਪੂਜਾ ਕਰੋ, ਮੈਨੂੰ ਮੱਥਾ ਟੇਕੋ, ਮੇਰੀ ਚੌਂਕੀ ਭਰੋ, ਮੈਂ ਤੁਹਾਡੇ ਦੁੱਖ ਦਰਿਦਰ ਦੂਰ ਕਰ ਦਿਆਂਗਾ। ਤੇ ਗੁਰਮੁਖੋ ਸਮਾਂ ਦੂਰ ਨਹੀਂ ਹੈ। ਹਰੇਕ ਪਿੰਡ ਦੇ ਵਿੱਚ 4-5 ਬਾਬੇ ਚੌਂਕੀਆਂ ਵਾਲੇ ਬੈਠੇ ਹੀ ਹੋਏ ਨੇ, ਚੌਂਕੀਆਂ ਭਰਦੇ ਪਏ। ਮੇਰੇ 'ਚ ਫਲਾਣੀ ਚੌਂਕੀ ਆਉਂਦੀ ਹੈ, ਮੇਰੇ ਵਿੱਚ ਵੀਰਵਾਰ ਦਾ ਦਿਨ ਹੈ, ਮੇਰੇ ਵਿੱਚ ਮੰਗਲਵਾਰ ਦਾ ਦਿਨ ਹੈ, ਮੇਰੇ ਵਿੱਚ ਐਤਵਾਰ ਦਾ ਦਿਨ ਹੈ। ਕੋਈ ਆਖਦਾ ਮੇਰੇ ਵਿੱਚ ਸ਼ਹੀਦ ਆਉਂਦੇ ਪਏ, ਕੋਈ ਆਖਦਾ ਮੇਰੇ ਵਿੱਚ ਦੇਵੀ ਆਉਂਦੀ ਹੈ, ਕੋਈ ਆਖਦਾ ਹਨੂਮਾਨ ਆਉਂਦਾ। ਮਹਾਰਾਜ ਕਹਿਣ ਲੱਗੇ ਭਾਈ ਬਚਨ ਇਹ ਹੈ ਵੀ ਇਹਨਾਂ ਨੇ ਘਰ ਘਰ ਦੇ ਵਿੱਚ ਰੱਬ ਬਣ ਕੇ ਬੈਠ ਜਾਣਾ ਹੈ, ਵੀ ਅਸੀਂ ਰੱਬ ਹਾਂ ਦੁਨੀਆ ਦੇ, ਅਸੀਂ ਖੁਦਾ ਹਾਂ, ਜੋ ਚਾਹੀਏ ਅਸੀਂ ਕਰ ਸਕਦੇ ਹਾਂ। ਪਰ ਮਹਾਰਾਜ ਨੂੰ ਪੁੱਛਿਆ ਵੀ ਪਾਤਸ਼ਾਹ ਇਹ ਖੁਦਾ ਬਣ ਕੇ ਕੁਝ ਕਰਨਗੇ? ਮਹਾਰਾਜ ਕਹਿੰਦੇ ਤਿੰਨ ਤੇ ਸਰੇ ਨ ਏਕ ਨਾ ਕੰਮ, ਇਹਨਾਂ ਤੋਂ ਇੱਕ ਵੀ ਕੰਮ ਨਹੀਂ ਬਣਨਾ, ਇੱਕ ਵੀ ਕੰਮ ਨਹੀਂ ਕਰ ਸਕਣਗੇ। ਕੇਵਲ ਕਹਿਣ ਮਾਤਰ ਹੀ ਇਹ ਰੱਬ ਹੋਣਗੇ ਵੀ ਅਸੀਂ ਰੱਬ ਹਾਂ, ਪਰ ਕਹਿਣ ਲੱਗੇ ਵੀ ਇਹਨਾਂ ਨੇ ਕਰਨਾ ਕੁਝ ਨਹੀਂ, ਨਾ ਇਹਨਾਂ ਕੋਲੋਂ ਕੁਝ ਹੋਣਾ ਹੈ।
ਇਹ ਕਲਯੁਗ ਦੇ ਸਮੇਂ ਦੀ ਨਿਸ਼ਾਨੀ ਖਿੱਚੀ ਮਹਾਰਾਜ ਨੇ ਵੀ ਆਹ ਸਮਾਂ ਬਣੇਗਾ। ਚਲੀ ਪਾਪ ਕੀ ਜਗਤ ਕਹਾਣੀ, ਭਾਜਾ ਧਰਮ ਛਾੜ ਰਾਜਧਾਨੀ। ਕਹਿੰਦੇ ਐਸਾ ਪਾਪ ਹੋਵੇਗਾ, ਧਰਮ ਜਿਹੜਾ ਹੈ ਆਪਣੀ ਰਾਜਧਾਨੀ ਛੱਡ ਕੇ ਭੱਜ ਆਏਗਾ। ਮਹਾਰਾਜ ਧਰਮ ਦੀ ਰਾਜਧਾਨੀ ਕਿਹੜੀ ਹੈ? ਧਰਮ ਦੀ ਰਾਜਧਾਨੀ ਹੁੰਦੀ ਹੈ ਗੁਰਮੁਖੋ ਧਾਰਮਿਕ ਸਥਾਨ, ਜਿਹਨੂੰ ਆਪਾਂ ਕਹਿ ਦਿੰਦੇ ਮੰਦਿਰ ਹੈ, ਇਹ ਮਸੀਤ ਹੈ, ਇਹ ਗੁਰਦੁਆਰਾ ਹੈ, ਇਹ ਚਰਚ ਹੈ। ਇਹ ਜਿਹੜੇ ਧਾਰਮਿਕ ਸਥਾਨ ਨੇ ਨਾ, ਇਹ ਧਰਮ ਦੀ ਰਾਜਧਾਨੀ ਹੁੰਦੀ ਹੈ। ਮਹਾਰਾਜ ਕਹਿੰਦੇ ਧਰਮ ਤੇ ਸਥਾਨਾਂ ਤੇ ਵੀ ਧਰਮ ਨਹੀਂ ਰਵੇਗਾ, ਉੱਥੇ ਵੀ ਕੁਕਰਮੀ ਹੋਣ ਲੱਗ ਪਵੇਗਾ। ਤੇ ਗੁਰਮੁਖੋ ਹੁੰਦਾ ਨਹੀਂ ਪਿਆ, ਮੰਦਿਰਾਂ ਦੇ ਵਿੱਚ ਬਲਾਤਕਾਰ ਹੁੰਦੇ ਪਏ, ਮਸੀਤਾਂ ਦੇ ਵਿੱਚ ਕਤਲ ਹੁੰਦੇ ਪਏ, ਗੁਰਦੁਆਰਿਆਂ ਦੇ ਵਿੱਚ ਕੁਕਰਮ ਹੁੰਦੇ ਪਏ, ਇਹ ਹੁੰਦਾ ਹੀ ਪਿਆ। ਪਾਤਸ਼ਾਹ ਕਹਿਣ ਲੱਗੇ ਵੀ ਧਰਮ ਰਵੇਗਾ ਹੀ ਨਹੀਂ, ਆਪਣੀ ਰਾਜਧਾਨੀ। ਜਦੋਂ ਰਾਜਾ ਹੀ ਰਾਜਧਾਨੀ ਵਿੱਚ ਨਾ ਰਵੇ ਤੇ ਫਿਰ ਰਾਜ ਚਲਾਉਣਾ ਕਿਹਨੇ ਹੈ? ਧਰਮ ਦੀ ਰਾਜਧਾਨੀ ਹੁੰਦੀ ਹੈ ਧਾਰਮਿਕ ਸਥਾਨ, ਤੇ ਧਾਰਮਿਕ ਸਥਾਨ ਦੇ ਵਿੱਚ ਪਾਪ ਹੋ ਜਾਵੇ, ਧਰਮ ਇੱਥੋਂ ਭੱਜ ਜਾਂਦਾ ਹੈ, ਧਰਮ ਫਿਰ ਰਹਿੰਦਾ ਨਹੀਂ। ਮਹਾਰਾਜ ਧਰਮ ਦੀ ਦੂਜੀ ਰਾਜਧਾਨੀ ਕਿਹੜੀ ਹੈ? ਪਾਤਸ਼ਾਹ ਕਹਿੰਦੇ ਦੂਜੀ ਰਾਜਧਾਨੀ ਧਰਮ ਦੀ ਹੁੰਦੀ ਹੈ ਜਿਹੜੇ ਸੰਤ ਨੇ, ਮਹਾਤਮਾ, ਗੁਰਮੁਖ ਨਾਮ ਜਪਣ ਵਾਲੇ। ਇਹ ਦੂਜਾ ਟਿਕਾਣਾ ਹੁੰਦਾ ਧਰਮ ਦਾ ਰਹਿਣ ਵਾਸਤੇ। ਪਰ ਦੁਨੀਆ ਦੇ ਸੰਤ ਤੇ ਹੋ ਜਾਣਗੇ ਕੁਕਰਮੀ, ਕਰਨਗੇ ਵਿਭਚਾਰ, ਕਰਨਗੇ ਕੁਕਰਮ। ਇੱਕ ਇੱਕ ਸਾਧ ਕਈ ਕਈ ਚੇਲੀਆਂ ਰੱਖ ਕੇ ਆਖੇਗਾ ਮੇਰੀਆਂ ਦਾਸੀਆਂ ਨੇ, ਇਹ ਬ੍ਰਹਮ ਕੁਮਾਰੀਆਂ ਨੇ, ਇਹ ਫਲਾਨੀਆਂ ਚੇਲੀਆਂ ਨੇ। ਪਾਤਸ਼ਾਹ ਕਹਿਣ ਲੱਗੇ ਜਿਹੜੇ ਸਾਧ ਹੋਣਗੇ ਨਾ, ਧਰਮ ਇਹਨਾਂ ਵਿੱਚ ਵੀ ਕੋਈ ਨਹੀਂ ਰਹਿਣਾ, ਇਹ ਵੀ ਕੁਕਰਮੀ ਹੋ ਜਾਣਗੇ। ਕਈ ਕਈ ਦਾਸੀਆਂ ਦੇਵਦਾਸੀਆਂ ਬਣਾ ਕੇ ਬੈਠ ਜਾਣਗੇ, ਜਾਂ ਆਪਾਂ ਕਹਿ ਲਈਏ ਵੀ ਕਈ ਕਈ ਵਹੁਟੀਆਂ ਬਣਾ ਕੇ ਆਪਣੀਆਂ ਘਰ ਵਾਲੀਆਂ ਰੱਖ ਲੈਣਗੇ। ਇਹ ਜਿਹੜੇ ਧਾਰਮਿਕ ਆਗੂ ਹੋਣਗੇ ਨਾ, ਸਾਧੂ ਸੰਤ, ਇਹਨਾਂ ਦਾ ਜੀਵਨ ਵੀ ਗੇਰੀ ਜਾਏਗਾ। ਜਪ ਤਪ ਨਹੀਂ ਰਵੇਗਾ, ਬੰਦਗੀ ਸਿਮਰਨ ਨਹੀਂ ਰਵੇਗਾ। ਇਹ ਸਾਰੇ ਉਸ ਵੇਲੇ ਪਖੰਡ ਕਰਨ ਲੱਗ ਪੈਣਗੇ। ਪਾਤਸ਼ਾਹ ਫਿਰ ਇਹ ਤੇ ਰਾਜਧਾਨੀ ਖਾਲੀ ਹੋ ਗਈ, ਫਿਰ ਅੱਗੇ ਕੀ ਹੋਵੇਗਾ? ਪਾਤਸ਼ਾਹ ਕਹਿੰਦੇ ਫਿਰ ਤੀਜੇ ਨੰਬਰ ਤੇ ਜਿਹੜੇ ਵਿਦਵਾਨ ਨੇ, ਧਰਮ ਦੀ ਗੱਲ ਕਰਨ ਵਾਲੇ, ਇਹ ਵੀ ਇੱਕ ਧਰਮ ਦਾ ਟਿਕਾਣਾ ਹੁੰਦੇ ਕਿ ਇਹਨਾਂ ਨੇ ਧਰਮ ਦੀ ਐ ਪੂਰੀ ਤੋਲ ਬੋਲ ਗੋਲ ਕਰਕੇ ਗੱਲ ਕਰਨੀ ਹੈ। ਧਰਮ ਇਹ ਗੱਲ ਕਹਿੰਦਾ ਹੈ, ਕਿਸੇ ਨੂੰ ਗੁੱਸਾ ਲੱਗੇ, ਗਿਲਾ ਲੱਗੇ, ਕੋਈ ਮੰਨੇ ਨਾ ਮੰਨੇ। ਪਾਤਸ਼ਾਹ ਕਹਿੰਦੇ ਨਹੀਂ, ਧਾਰਮਿਕ ਲੋਕ ਜਿਹੜੇ ਵਿਦਵਾਨ ਹੋਣਗੇ ਨਾ, ਉਹ ਵੀ ਕੁਕਰਮੀ ਹੋ ਜਾਣਗੇ, ਮਾੜੇ ਫੈਸਲੇ ਕਰਿਆ ਕਰਨਗੇ, ਮਾੜਾ ਪ੍ਰਚਾਰ ਕਰਿਆ ਕਰਨਗੇ, ਝੂਠੇ ਨੂੰ ਸੱਚਾ ਆਖਿਆ ਕਰਨਗੇ, ਸੱਚੇ ਨੂੰ ਝੂਠਾ ਕਿਹਾ ਕਰਨਗੇ। ਜਿਵੇਂ ਦਾ ਕੋਈ ਕਵੇ ਵੀ ਮੇਰੇ ਬਾਰੇ ਆਹ ਪ੍ਰਚਾਰ ਕਰ ਲਿਆ, ਇੰਨਾ ਲਿਫਾਫਾ ਲਿਆ ਦੇ ਤੇ ਤੇਰੇ ਬਾਰੇ ਗੱਲ ਕਰ ਦਿਆਂਗੇ। ਧਾਰਮਿਕ ਆਗੂ ਜਿਹੜੇ ਨੇ ਨਾ, ਉਹ ਧਰਮ ਦੀ ਗੱਲ ਛੱਡ ਕੇ ਝੂਠਾ ਪ੍ਰਚਾਰ ਕਰਨ ਵਾਸਤੇ ਉਹਨਾਂ ਦੇ ਪੈਕੇਜ ਤਿਆਰ ਹੋਇਆ ਕਰਨਗੇ ਕਿ ਤੂੰ ਸਾਡੇ ਦਾ ਦੀ ਗੱਲ ਕਰਨੀ ਹੈ। ਗੁਰਮੁਖ ਇੱਕ ਸਥਾਨ ਬਣਿਆ ਹੋਇਆ ਹੈ ਨਾ, ਸੋ ਪਹਾੜਾਂ ਦੇ ਅੰਦਰ। ਸੋ ਕਹਿਣ ਲੱਗੇ ਉਹਦਾ ਬੜਾ ਭਾਰੀ ਪ੍ਰਚਾਰ ਕੀਤਾ ਜਾਂਦਾ ਵੀ ਇੱਥੇ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਸਾਹਿਬ ਜੀ ਆਏ ਅਤੇ ਉਹਦਾ ਪ੍ਰਚਾਰ ਕਰਵਾਇਆ। ਜਿਹੜੇ ਉਸ ਵੇਲੇ ਦੇ ਪ੍ਰਚਾਰ ਕਰਨ ਵਾਲੇ ਸਨ, ਉਥੋਂ ਦੇ ਡੇਰੇਦਾਰਾਂ ਨੇ ਲੱਖਾਂ ਰੁਪਈਏ ਉਹਨਾਂ ਨੂੰ ਦਿੱਤੇ, ਇਨਾਮ ਦੇ ਵਿੱਚ ਵੀ ਲੱਖਾਂ ਰੁਪਈਏ ਚੁੱਕੋ ਤੇ ਸਾਡੇ ਇੱਥੋਂ ਦੀ ਗੱਲ ਕਰੋ ਵੀ ਗੁਰੂ ਨਾਨਕ ਸਾਹਿਬ ਨੇ ਇੱਥੇ ਚੌਲ ਉਬਾਲ ਕੇ ਖਾਧੇ ਸਨ, ਇੱਥੇ ਮਹਾਰਾਜ ਨੇ ਇਹ ਕੀਤਾ, ਇੱਥੇ ਮਹਾਰਾਜ ਨੇ ਉਹ ਕੀਤਾ। ਉਹਨਾਂ ਨੇ ਆਪਣੇ ਕੋਲੋਂ ਕਥਾ ਕਹਾਣੀਆਂ ਬਣਾ ਕੇ ਤੇ ਗਾ ਕੇ ਲੋਕਾਂ ਨੂੰ ਸੁਣਾਈਆਂ। ਪੁਰਾਣਾ ਗ੍ਰੰਥ ਕੋਈ ਵੀ ਕੱਢ ਕੇ ਵੇਖ ਲਓ, ਉਹਦੇ ਵਿੱਚ ਤੁਹਾਨੂੰ ਉਸ ਇਤਿਹਾਸ ਦਾ ਜ਼ਿਕਰ ਕਿਤੇ ਮਿਲਣਾ ਹੀ ਨਹੀਂ। ਜਿਸ ਨੂੰ ਅੱਜ ਲੋਕ ਮਣੀਕਰਨ ਕਹਿ ਦਿੰਦੇ ਨੇ ਵੀ ਉੱਥੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਗਏ, ਕਿਸੇ ਵੀ ਪੁਰਾਣੇ ਗ੍ਰੰਥ ਵਿੱਚ ਗੁਰੂ ਨਾਨਕ ਸਾਹਿਬ ਦਾ ਕੋਈ ਜ਼ਿਕਰ ਨਹੀਂ ਵੀ ਉੱਥੇ ਮਹਾਰਾਜ ਗਏ। ਕੇਵਲ ਸਾਡੇ ਅੱਜ ਦੇ ਬੰਦਿਆਂ ਨੇ ਇਸ ਗੱਲ ਦਾ ਪ੍ਰਚਾਰ ਕੀਤਾ ਤੇ ਕਰਵਾਇਆ, ਪੈਸਾ ਦੇ ਕੇ ਤੇ ਖਾ ਕੇ, ਕਿ ਸਾਨੂੰ ਇੱਥੇ ਚੜ੍ਹਤਾਂ ਚੜ੍ਹ ਜਾਣ ਤੇ ਅਸੀਂ ਇੱਥੇ ਵੱਡੇ ਭਾਰੀ ਮਹੰਤ ਬਣ ਜਾਈਏ। ਪਹਿਲਾਂ ਉਹਨਾਂ ਲੋਕਾਂ ਨੇ ਉੱਥੇ ਮੰਦਿਰ ਬਣਾਏ, ਮੰਦਿਰ ਬਣਾ ਕੇ ਮੰਦਿਰਾਂ ਦਾ ਪ੍ਰਚਾਰ ਕੀਤਾ, ਪਰ ਮੰਦਿਰਾਂ ਵਾਲੇ ਉੱਥੇ ਗਏ ਨਹੀਂ। ਉਹ ਕਹਿਣ ਲੱਗੇ ਸਾਡੇ ਤੇ ਪਹਿਲਾਂ ਹੀ ਬੜੇ ਪਹਾੜਾਂ ਵਿੱਚ ਮੰਦਿਰ, ਅਸੀਂ ਇੱਥੇ ਕੀ ਲੈਣ ਜਾਣਾ। ਫਿਰ ਕਿਸੇ ਨੇ ਸਲਾਹ ਦਿੱਤੀ, ਉਹ ਸਿੱਖ ਬੜੀ ਛੇਤੀ ਆਉਂਦੇ ਪਹਾੜਾਂ ਨੂੰ ਚੜ੍ਹਨ ਵਾਸਤੇ, ਤੁਸੀਂ ਇੱਥੇ ਗੁਰਦੁਆਰਾ ਬਣਾ ਕੇ ਗੁਰੂ ਨਾਨਕ ਦਾ ਹੀ ਕਿਉਂ ਨਹੀਂ ਪ੍ਰਚਾਰ ਕਰਦੇ। ਉਹਨਾਂ ਨੇ ਗੁਰਦੁਆਰਾ ਬਣਾਇਆ ਤੇ ਆਪਣੇ ਸਿੱਖ ਫਿਰ ਭਰ ਭਰ ਟਰਾਲੀਆਂ, ਟਰੈਕਟਰ, ਗੱਡੀਆਂ ਤੁਰ ਪਏ ਉਧਰ ਨੂੰ ਵੀ ਇੱਥੇ ਗੁਰੂ ਨਾਨਕ ਸਾਹਿਬ ਨੇ ਆ ਕੇ ਚੌਲ ਖਾਧੇ। ਉਹ ਤੇ ਕੁਦਰਤੀ ਇੱਕ ਚਸ਼ਮਾ ਹੈ ਪਾਣੀ ਦਾ, ਗਰਮ ਨਿਕਲਦਾ, ਕਈਆਂ ਥਾਵਾਂ ਤੋਂ ਨਿਕਲਦਾ, ਇਕੱਲਾ ਮਣੀਕਰਨ ਥੋੜ੍ਹੀ ਨਿਕਲਦਾ, ਸਾਰਿਆਂ ਥਾਵਾਂ ਤੇ ਥੋੜ੍ਹੀ ਗੁਰੂ ਨਾਨਕ ਸਾਹਿਬ ਗਏ, ਕਈਆਂ ਥਾਵਾਂ ਤੇ ਐਸੇ ਚਸ਼ਮੇ ਨਿਕਲਦੇ ਪਏ। ਅੱਜ ਵੀ ਤੁਸੀਂ ਜਾਂਦੇ ਹੋ, ਉੱਥੇ ਮੰਦਿਰ ਵੀ ਬਣੇ, ਉੱਥੇ ਗੁਰਦੁਆਰਾ ਵੀ ਬਣਿਆ, ਸਾਰੇ ਤਰ੍ਹਾਂ ਦੀਆਂ ਉੱਥੇ ਫੋਟੋਆਂ ਵਗੈਰਾ ਲੱਗੀਆਂ ਹੋਈਆਂ। ਇਹ ਸਭ ਕੁਝ ਕੀਤਾ ਜਾ ਰਿਹਾ। ਪਹਿਲਾਂ ਉੱਥੇ ਇੱਕ ਸਾਧ ਬੈਠਦਾ ਸੀ ਜਿਹਨੇ ਸਭ ਕੁਝ ਬਣਾਇਆ,
ਹੁਣ ਸਾਧ ਨੇ ਆਪਣੀ ਅੱਗੇ ਚੇਲੀ ਆਪਣੀ ਧੀ ਨੂੰ ਉਹ ਸਾਰੀ ਗੱਦੀ ਦੇ ਕੇ ਤੇ ਆਪ ਉੱਥੋਂ ਦੁਨੀਆ ਨੂੰ ਅਲਵਿਦਾ ਕਹਿ ਕੇ ਚਲਾ ਗਿਆ। ਉਹ ਪੀੜ੍ਹੀ ਦਰ ਪੀੜ੍ਹੀ ਗੱਦੀ ਚੱਲ ਪਈ। ਜਾਂ ਤੁਸੀਂ ਇਹ ਕਹਿ ਲਓ ਬਿਜ਼ਨਸ ਚੱਲ ਪਿਆ ਵੀ ਮੇਰੇ ਬੱਚੇ ਸੈੱਟ ਹੋ ਗਏ, ਨਾ ਇਹ ਗੁਰਦੁਆਰਾ ਬੰਦ ਹੋਵੇਗਾ ਤੇ ਨਾ ਸਿੱਖ ਆਉਣੋਂ ਹਟਣੇ, ਨਾ ਉੱਥੇ ਚੜ੍ਹਤ ਚੜਾਵਾ ਆਉਣੋਂ ਹਟਣਾ ਤੇ ਨਾ ਉਹ ਭੁੱਖ ਨਾਲ ਮਰਨਗੇ। ਉਹ ਆਪਣੀਆਂ ਕਈ ਕੁੱਲਾਂ ਕਈ ਪੁਸ਼ਤਾਂ ਉੱਥੇ ਸੈੱਟ ਕਰਕੇ ਆਪ ਦੁਨੀਆ ਤੋਂ ਚਲੇ ਗਿਆ। ਇਸ ਤਰ੍ਹਾਂ ਮਹਾਰਾਜ ਕਹਿੰਦੇ ਪਏ ਵੀ ਇਹੋ ਜਿਹੇ ਦੁਨੀਆ ਤੇ ਪ੍ਰਚਾਰਕ ਵਿਦਵਾਨ ਪੰਡਤ ਪੈਦਾ ਹੋ ਜਾਣਗੇ ਜਿਹੜੇ ਪੈਸਾ ਲੈ ਕੇ ਜਿਹੋ ਜਿਹਾ ਮਰਜ਼ੀ ਪ੍ਰਚਾਰ ਕਰਾ ਲਓ ਉਹੋ ਜਿਹਾ ਹੀ ਕਰ ਦੇਣਗੇ। ਵੇਖੀ ਜਾਣਗੇ ਵੀ ਧਰਮ ਤੋਂ ਕੀ ਲੈਣਾ ਹੈ, ਗੱਲ ਤੇ ਮਾਇਆ ਦੀ ਹੈ। ਤੇ ਹੁੰਦਾ ਨਹੀਂ ਪਿਆ ਅੱਜ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਗੁਰੂ ਪਾਤਸ਼ਾਹ ਦੀ ਹਜ਼ੂਰੀ ਵਿੱਚ ਬੈਠ ਕੇ ਲੋਕ ਉਂਗਲ ਚੁੱਕ ਦਿੰਦੇ, ਆਹ ਨਹੀਂ ਲਿਖਿਆ, ਆਹ ਨਹੀਂ ਆਪਾਂ ਮੰਨਦੇ, ਤੇ ਸਾਰੇ ਬੈਠ ਕੇ ਸੁਣੀ ਜਾਂਦੇ, ਕਹਿੰਦੇ ਹਾਂ ਬਿਲਕੁਲ ਇਹ ਠੀਕ ਕਹਿੰਦਾ ਪਿਆ ਹੈ। ਇਸ ਤਰ੍ਹਾਂ ਦੇ ਲੋਕ ਹੋ ਜਾਣਗੇ। ਕਲਯੁਗ ਦਾ ਸਮਾਂ ਇਸ ਤਰ੍ਹਾਂ ਦਾ ਹੋਵੇਗਾ, ਧਰਮ ਦੇ ਸਥਾਨ ਤੇ ਰਹਿ ਕੇ ਵੀ ਧਰਮ ਦੀ ਭੰਡੀ ਕਰਨਗੇ ਲੋਕ, ਧਰਮੀ ਲੋਕ ਹੀ ਪਖੰਡੀ ਹੋ ਜਾਣਗੇ। ਇਹ ਰਾਜਧਾਨੀ ਟੁੱਟ ਜਾਣੀ ਹੈ, ਧਰਮ ਰਹਿਣਾ ਨਹੀਂ ਦੁਨੀਆ ਵਿੱਚ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿਣ ਲੱਗੇ ਚਲੀ ਪਾਪ ਕੀ ਜਗਤ ਕਹਾਣੀ, ਭਾਜਾ ਧਰਮ ਛਾੜ ਰਜ ਧਾਨੀ। ਇਹ ਰਾਜਧਾਨੀ ਛੱਡ ਕੇ ਧਰਮ ਭੱਜ ਜਾਣਗੇ। ਨਹੀਂ ਰਵੇਗਾ ਧਾਰਮਿਕ ਸਥਾਨਾਂ ਤੇ, ਨਹੀਂ ਰਵੇਗਾ ਸਾਧੂ ਸੰਤਾਂ ਦੇ ਵਿੱਚ, ਨਹੀਂ ਰਵੇਗਾ ਧਾਰਮਿਕ ਬੰਦੇ ਜਿਹੜੇ ਵਿਦਵਾਨ ਨੇ ਉਹਨਾਂ ਦੇ ਵਿੱਚ ਧਰਮ ਨਹੀਂ ਰਵੇਗਾ। ਇਹ ਸਾਰੇ ਸਭ ਕੁਝ ਛੱਡ ਕੇ ਧਰਮ ਪਰੇ ਹੋ ਜਾਏਗਾ। ਇਹ ਕਲਯੁਗ ਦੀ ਨਿਸ਼ਾਨੀ ਹੈ। ਭਿੰਨ ਭਿੰਨ ਘਰ ਘਰ ਮਤ ਚਲਾ, ਜਾਂ ਤੇ ਧਰਮ ਭਰਮ ਉੱਡ ਚੱਲਾ। ਘਰਾਂ ਘਰਾਂ ਵਿੱਚ ਵੱਖਰੇ ਵੱਖਰੇ ਮਤ ਹੋਣਗੇ ਤੇ ਧਰਮ ਉੱਡ ਹੀ ਜਾਵੇਗਾ। ਕੂੜ ਅਮਾਵਸ ਸੱਚ ਚੰਦਰਮਾ ਦੀਸੈ ਨਾਹੀ, ਕਿਹੇ ਚੜਿਆ। ਇਹ ਗੁਰਬਾਣੀ ਦੇ ਬਚਨ, ਕਲਯੁਗ ਦਾ ਸਮਾਂ, ਉਹਦੀ ਤਸਵੀਰ ਮਹਾਰਾਜ ਸਾਹਿਬ ਜੀਆਂ ਨੇ ਖਿੱਚੀ ਹੈ ਵੀ ਇਸ ਤਰ੍ਹਾਂ ਦਾ ਸਮਾਂ ਭਾਈ ਹੋਵੇਗਾ। ਇੱਥੇ ਸਾਹਿਬ ਕਬੀਰ ਜੀ ਕਹਿਣ ਲੱਗੇ ਭਾਈ ਅਸੀਂ ਤੁਹਾਨੂੰ ਬਚਨ ਸਮਝਾਉਂਦੇ ਹਾਂ ਕਿ ਇਹ ਸੰਸਾਰ ਜਿਹੜਾ ਉਹ ਕਿਸ ਤਰ੍ਹਾਂ ਦਾ ਹੋ ਜਾਣਾ ਹੈ। ਸੁਤ ਮੁਕਲਾਈ ਆਪਣੀ ਮਾਓ। ਕਬੀਰ ਸਾਹਿਬ ਜੀ ਕਹਿਣ ਲੱਗੇ ਭਾਈ ਇਸ ਤਰ੍ਹਾਂ ਦਾ ਸਮਾਂ ਆਵੇਗਾ, ਜਿਹੜਾ ਸੁੱਤ ਪੁੱਤਰ ਹੈ ਨਾ ਉਸਨੇ ਆਪਣੀ ਮਾਤਾ ਦਾ ਮਕਲਾਵਾ ਲੈ ਆਂਦਾ। ਜਿਵੇਂ ਕੋਈ ਬੰਦਾ ਇਹ ਗੱਲ ਕਵੇ, ਗੁਰਮੁਖੋ ਕਬੀਰ ਸਾਹਿਬ ਦੇ ਸਮੇਂ ਇਹ ਬਚਨ ਸੱਚੇ ਜਾਪਦੇ ਸਨ ਵੀ ਇਸ ਤਰ੍ਹਾਂ ਨਹੀਂ ਹੁੰਦਾ ਹੈ, ਪਰ ਜਿਹੋ ਜਿਹਾ ਸਮਾਂ ਚੱਲਦਾ ਪਿਆ ਅੱਜ ਤੇ ਕੁਝ ਵੀ ਹੋ ਸਕਦਾ ਹੈ। ਦੀਨ ਧਰਮ ਤੇ ਰਿਸ਼ਤੇਦਾਰੀ ਸਭ ਖਤਮ ਹੋ ਗਈ ਹੈ, ਸ਼ਰਮ ਹਿਆ ਨਹੀਂ ਰਹਿ ਗਈ ਲੋਕਾਂ ਨੂੰ। ਇਸ ਤਰ੍ਹਾਂ ਦਾ ਸਮਾਂ ਬਣਿਆ ਹੈ। ਰੋ ਵਿਚਾਰ ਪਾਤਸ਼ਾਹ ਕਹਿਣ ਲੱਗੇ, ਕਿਸੇ ਨੇ ਪੁੱਛਿਆ ਕਬੀਰ ਸਾਹਿਬ ਸੰਸਾਰ ਕਿਸ ਤਰ੍ਹਾਂ ਦਾ ਹੈ? ਕਹਿੰਦੇ ਐਵੇਂ ਦਾ ਝੂਠਾ ਹੈ ਜਿਹੜੀ ਤੁਹਾਨੂੰ ਉਦਾਹਰਨ ਦਿੱਤੀ ਹੈ। ਰਹਾਉ ਪਗਾ ਬਿਨ ਹੁਰੀਆ ਮਾਤਾ, ਜੋ ਏ ਖਸਮ ਹੈ ਜਾਇਆ। ਦੇਖੋ ਲੋਗਾ ਕਲ ਕੋ ਭਾਓ। ਕਬੀਰ ਸਾਹਿਬ ਜੀ ਇੱਕ ਹੋਰ ਉਦਾਹਰਨ ਦਿੰਦੇ, ਕਹਿਣ ਲੱਗੇ ਭਾਈ ਇਹ ਜਿਹੜਾ ਕਲ ਕਹੀਏ ਸੰਸਾਰ ਹੈ ਨਾ, ਕਲਾ ਵਾਲਾ ਸ਼ਕਤੀਆਂ ਵਾਲਾ, ਇਹਦੇ ਵਿੱਚ ਆਪਸ ਵਿੱਚ ਭਾਓ ਕਹੀਏ ਪ੍ਰੇਮ। ਸੋ ਪ੍ਰੇਮ ਹੋ ਗਿਆ। ਕਿਵੇਂ ਪ੍ਰੇਮ ਹੋ ਗਿਆ ਹੈ? ਜਿਵੇਂ ਗੁਰਮੁਖੋ ਗਰੜ ਤੇ ਸੱਪ ਹੈ, ਇਹਨਾਂ ਦਾ ਵੈਰ ਮੰਨਿਆ। ਸੱਪ ਤੇ ਗਰੜ ਦਾ ਅਨਾਦੀ ਵੈਰ ਹੈ, ਸ਼ੁਰੂ ਤੋਂ ਹੀ ਇੱਕ ਦੂਜੇ ਦੇ ਵੈਰੀ ਨੇ। ਐਸੇ ਤਰ੍ਹਾਂ ਬਿੱਲੀ ਤੇ ਚੂਹੇ ਦਾ ਇਹ ਜਿਹੜਾ ਵੈਰ ਹੈ ਇਹ ਵੀ ਸ਼ੁਰੂ ਤੋਂ ਹੀ ਬਣਿਆ ਹੋਇਆ ਹੈ। ਕੋਈ ਅੱਜ ਦੇ ਚੂਹਿਆਂ ਨੇ ਬਿੱਲੀ ਦਾ ਕੁਝ ਨਹੀਂ ਵਿਗਾੜਿਆ, ਇਹ ਸ਼ੁਰੂ ਤੋਂ ਹੀ ਵੈਰ ਹੈ। ਬਿੱਲੀ ਵੇਖ ਕੇ ਚੂਹੇ ਦੇ ਦਿਵਾਲੇ ਹੋ ਹੀ ਜਾਂਦੀ ਹੈ। ਬੱਕਰੀ ਤੇ ਸ਼ੇਰ ਦਾ ਵੈਰ ਇਹ ਵੀ ਸ਼ੁਰੂ ਤੋਂ ਹੀ ਬਣਿਆ ਆਉਂਦਾ, ਸ਼ੇਰ ਬੱਕਰੀ ਨੂੰ ਮਾਰ ਕੇ ਖਾ ਜਾਂਦਾ ਹੈ। ਪਾਤਸ਼ਾਹ ਕਹਿਣ ਲੱਗੇ ਭਾਈ ਇਹ ਸਾਰੇ ਵੈਰ ਦੁਨੀਆ ਵਿੱਚ ਬਣੇ ਹੋਏ। ਐਸੇ ਤਰ੍ਹਾਂ ਇਹ ਸੰਸਾਰ ਹੈ। ਜਿਵੇਂ ਕਿ ਸ਼ੇਰ ਦੇ ਕੋਲ ਬੱਕਰੀ ਨਹੀਂ ਰਹਿ ਸਕਦੀ ਹੈ, ਚੂਹਾ ਬਿੱਲੀ ਕੋਲ ਨਹੀਂ ਰਹਿ ਸਕਦਾ, ਗਰੜ ਸੱਪ ਕੋਲ ਨਹੀਂ ਰਹਿ ਸਕਦਾ, ਐਸੇ ਤਰ੍ਹਾਂ ਇਹ ਸੰਸਾਰ ਨਹੀਂ ਰਹਿਣਾ। ਇਹ ਸੰਸਾਰ ਨਾਸ ਹੋ ਜਾਣਾ। ਇਸ ਤਰ੍ਹਾਂ ਦਾ ਇਹ ਸੰਸਾਰ ਝੂਠਾ ਹੈ। ਗੁਰਮੁਖੋ ਇਹ ਉਸ ਵੇਲੇ ਦੀਆਂ ਉਦਾਹਰਨਾਂ ਜਦੋਂ ਕਬੀਰ ਸਾਹਿਬ ਨੇ ਦਿੱਤੀਆਂ। ਅੱਜ ਦਾ ਤੇ ਸਮਾਂ ਹੀ ਬਦਲ ਗਿਆ। ਚੂਹੇ ਬਿੱਲੀ ਦੇ ਕੋਲ ਹੀ ਤੁਰੇ ਫਿਰਦੇ। ਬਿੱਲੀ ਕਹਿੰਦੀ ਕੋਈ ਨਹੀਂ, ਉਹ ਦੁੱਧ ਪੀ ਕੇ ਪਰੇ ਹੋ ਜਾਂਦੀ ਵੀ ਤੁਸੀਂ ਵੀ ਨਜ਼ਾਰੇ ਲਓ ਤੇ ਮੈਂ ਵੀ ਨਜ਼ਾਰੇ ਲਵਾਂ। ਅੱਜ ਦੀਆਂ ਬਿੱਲੀਆਂ ਚੂਹੇ ਨਹੀਂ ਮਾਰਦੀਆਂ, ਪਰ ਕੋਈ ਸਮਾਂ ਸੀ ਜਦੋਂ ਬਿੱਲੀ ਚੂਹੇ ਦੇ ਉੱਪਰ ਝਪਟ ਮਾਰਦੀ। ਕਹਿੰਦੇ ਐਸਾ ਇਹ ਸੰਸਾਰ ਹੈ। ਸਤ ਮੁਕਲਾਈ ਆਪਣੀ ਮਾਓ। ਕਹਿਣ ਲੱਗੇ ਭਾਈ ਕਲਯੁਗ ਦੇ ਵਿੱਚ ਲੋਕ ਇਸ ਤਰ੍ਹਾਂ ਦੇ ਕੁਕਰਮ ਵਾਲੇ ਕੰਮ ਕਰਦੇ ਹਨ। ਰਹਾਉ ਪਗਾ ਬਿਨ ਹੁਰੀਆ ਮਾਤਾ। ਇੱਕ ਹੋਰ ਉਦਾਹਰਨ ਦਿੱਤੀ ਹੈ। ਕੋਈ ਬੰਦਾ ਇਹ ਗੱਲ ਕਵੇ ਕਿ ਫਲਾਣੇ ਬੰਦੇ ਦੇ ਪੈਰ ਨਹੀਂ, ਲੱਤਾਂ ਵੱਡੀਆਂ ਹੋਈਆਂ ਨੇ, ਉਹ ਬੰਦਾ ਮੈਂ ਛਾਲਾਂ ਮਾਰਦਾ ਵੇਖਿਆ, ਤੇ ਸੁਣਨ ਵਾਲੇ ਨੇ ਕਹਿਣਾ ਵੀ ਇਹਦੇ ਝੂਠ ਹੈ।
ਛਾਲਾਂ ਪੈਰਾਂ ਬਿਨਾ ਕਿਵੇਂ ਵੱਜ ਗਈਆਂ? ਪੈਰ ਤੇ ਹੈ ਨੀ, ਲੱਤਾਂ ਤੇ ਵੱਡੀਆਂ ਹੋਈਆਂ, ਪਗਾ ਨਾਮ ਪੈਰਾਂ ਦਾ। ਕਹਿੰਦੇ ਪੈਰਾਂ ਬਿਨਾ ਜਿਵੇਂ ਕੋਈ ਕਵੇ ਕਿ ਛਾਲਾਂ ਮਾਰਦਾ ਮੈਂ ਵੇਖਿਆ। ਕਬੀਰ ਸਾਹਿਬ ਕਹਿੰਦੇ ਨਹੀਂ, ਇਹ ਝੂਠਾ ਬਚਨ ਹੀ ਹੈ। ਪੰਜਵੀਂ ਉਦਾਹਰਣ ਹੈ, ਇਹ ਝੂਠਾ ਬਚਨ ਹੈ, ਇਸ ਤਰ੍ਹਾਂ ਹੋ ਨਹੀਂ ਸਕਦਾ। ਐਵੇਂ ਇਹ ਸੰਸਾਰ ਭਾਈ ਝੂਠਾ ਹੈ। ਬਦਨੇ ਬਿਨ ਖਿਰ ਖਿਰ ਹਾਸਤਾ। ਛੇਵੀਂ ਉਦਾਹਰਨ ਦਿੱਤੀ ਹੈ, ਕੋਈ ਬੰਦਾ ਆਖੇ ਵੀ ਫਲਾਣੇ ਬੰਦੇ ਦਾ ਮੂੰਹ ਤੇ ਹੈ ਨਹੀਂ, ਕੱਲਾ ਧਾੜੀ ਉੱਥੇ ਹੈ, ਪਰ ਉਹ ਬੰਦਾ ਬੜਾ ਖਿੜ ਖਿੜ ਕੇ ਹੱਸਦਾ ਪਿਆ, ਤੇ ਸੁਣਨ ਵਾਲੇ ਨੇ ਕਹਿਣਾ ਵੀ ਇਹ ਤੇ ਹੋ ਨਹੀਂ ਸਕਦਾ, ਹੱਸਿਆ ਤੇ ਮੂੰਹ ਨਾਲ ਹੀ ਜਾਂਦਾ ਹੈ ਨਾ। ਜੇ ਮੂੰਹ ਹੀ ਨਹੀਂ ਹੈਗਾ ਤੇ ਹੱਸਣਾ ਉਹਨੇ ਕਿੱਥੋਂ ਹੈ, ਤੇ ਕਿਵੇਂ ਹੱਸਣਾ ਹੈ? ਕਬੀਰ ਸਾਹਿਬ ਜੀ ਕਹਿੰਦੇ ਜਿਵੇਂ ਮੂੰਹ ਬਿਨਾ ਹੱਸਣਾ ਗੱਲ ਝੂਠੀ ਹੈ, ਐਸੇ ਤਰ੍ਹਾਂ ਭਾਈ ਇਹ ਸੰਸਾਰ ਵੀ ਝੂਠਾ ਹੈ। ਨਿੰਦਰਾ ਬਿਨ ਨਰ ਪੈ ਸੋਵੈ। ਅਗਲੀ ਉਦਾਹਰਨ ਦਿੰਦੇ ਨੇ, ਕਹਿਣ ਲੱਗੇ ਕੋਈ ਬੰਦਾ ਇਹ ਗੱਲ ਕਵੇ ਕਿ ਫਲਾਣੇ ਬੰਦੇ ਨੂੰ ਨੀਂਦ ਨਹੀਂ ਆਈ, ਪਰ ਉਹ ਘਰਾੜੇ ਮਾਰਦਾ ਮੈਂ ਵੇਖਿਆ ਸੁੱਤਾ। ਕਹਿੰਦੇ ਭਾਈ ਨੀਂਦ ਬਿਨਾ ਥੋੜੀ ਕੋਈ ਸੌਂ ਸਕਦਾ। ਜੇ ਨੀਂਦ ਆਈ ਹੈ ਤੇ ਬੰਦਾ ਮਿੱਟੀ ਤੇ ਵੀ ਲੰਮੇ ਪੈ ਜਾਂਦਾ, ਧਰਤੀ ਤੇ। ਨਹੀਂ ਆਈ, ਭਾਵੇਂ ਮਹਿੰਗਾ ਵੀ ਪਲੰਘ ਕਿਉਂ ਨਾ ਹੋਵੇ, ਉੱਥੇ ਵੀ ਨਹੀਂ ਆਉਂਦੀ। ਨਿੰਦਰਾ ਬਿਨ ਨੀਂਦ ਨਹੀਂ ਆਈ ਹੈ ਤੇ ਕੋਈ ਬੰਦਾ ਆਖੇ ਫਲਾਣੇ ਬੰਦੇ ਨੂੰ ਸੁੱਤਾ ਵੇਖਿਆ। ਕਬੀਰ ਸਾਹਿਬ ਜੀ ਕਹਿੰਦੇ ਨਹੀਂ ਭਾਈ, ਨੀਂਦ ਬਿਨਾ ਬੰਦਾ ਸੌ ਨਹੀਂ ਸਕਦਾ। ਜਿਵੇਂ ਇਹ ਗੱਲ ਝੂਠੀ ਹੈ, ਐਵੇਂ ਭਾਈ ਪਿਆਰਿਆ ਇਹ ਸੰਸਾਰ ਝੂਠਾ ਹੈ। ਜਿਨ ਬਾਸਨ ਖੀਰ ਬਿਲੋਵੈ। ਅਗਲੀ ਉਦਾਹਰਨ ਫਿਰ ਸਮਝਾਈ ਹੈ, ਕਹਿਣ ਲੱਗੇ ਵੀ ਚਾਟੀ ਕੋਲ ਨਹੀਂ ਹੈ, ਮਧਾਣੀ ਕੋਲ ਨਹੀਂ ਹੈ, ਦੁੱਧ ਕੋਲ ਨਹੀਂ ਹੈ, ਤੇ ਕੇਵਲ ਬੰਦਾ ਇਹ ਗੱਲ ਕਹੇ ਵੀ ਮੈਂ ਤੇ ਦੁੱਧ ਰਿੜਕ ਕੇ ਤੇ ਮੱਖਣ ਕੱਢ ਕੇ ਆਇਆ, ਤੇ ਵੱਡਾ ਸਾਰਾ ਬਾਟਾ ਭਰ ਲਿਆ ਮੱਖਣ ਦਾ। ਤੇ ਉਸ ਵੇਲੇ ਸੁਣਨ ਵਾਲੇ ਨੇ ਕਹਿਣਾ ਵੀ ਚਾਟੀ ਕਿੱਥੇ ਹੈ? ਕਹਿੰਦਾ ਚਾਟੀ ਤੇ ਨਹੀਂ ਹੈਗੀ, ਮੱਖਣ ਮੈਂ ਕੱਢ ਲਿਆਂਦਾ ਫਿਰ। ਉਹਨੇ ਕਹਿਣਾ ਵੀ ਨਹੀਂ, ਇਹ ਬਚਨ ਤੇ ਝੂਠਾ ਹੈ। ਚਾਟੀ ਬਿਨਾ ਥੋੜੀ ਮੱਖਣ ਨਿਕਲੇਗਾ। ਚਾਟੀ ਵਿੱਚ ਪਹਿਲਾਂ ਜਾਗ ਲਾਉਣੀ ਪਵੇਗੀ, ਚਾਟੀ 'ਚ ਦੁੱਧ ਪਾਉਣਾ ਪਵੇਗਾ, ਮਧਾਣੀ ਫੇਰਨੀ ਪਵੇਗੀ, ਫਿਰ ਹੀ ਜਾ ਕੇ ਮੱਖਣ ਨਿਕਲੇਗਾ ਨਾ। ਅੱਛਾ, ਕਹਿਣ ਲੱਗੇ ਬਿਨ ਬਾਸਨ ਭਾਂਡੇ ਤੋਂ ਬਿਨਾ ਖੀਰ ਬਲੋਵੈ। ਬੰਦਾ ਕੋ ਕਿਵੇਂ ਦੁੱਧ ਦਹੀਂ ਨੂੰ ਰਿੜਕ ਸਕਦਾ ਹੈ? ਭਾਂਡੇ ਬਿਨਾ ਨਹੀਂ ਰਿੜਕਿਆ ਜਾਂਦਾ ਹੈ। ਬਿਨ ਅਸਥਨ ਗਊ ਲਵੇਰੀ। ਅੱਗੇ ਇੱਕ ਉਦਾਹਰਨ ਹੋਰ ਦਿੰਦੇ ਨੇ, ਕਹਿੰਦੇ ਜਿਵੇਂ ਭਾਂਡੇ ਬਿਨਾ ਦੁੱਧ ਨਹੀਂ ਰਿੜਕਿਆ ਜਾ ਸਕਦਾ, ਇਹ ਗੱਲ ਝੂਠੀ ਹੈ, ਐਸੇ ਤਰ੍ਹਾਂ ਹੀ ਭਾਈ ਸੰਸਾਰ ਝੂਠਾ ਹੈ। ਵੇਖਣ ਨੂੰ ਸੱਚਾ ਜ਼ਰੂਰ ਲੱਗਦਾ, ਇਹ ਗੱਲ ਵੇਖਣ ਨੂੰ ਸੱਚੀ ਜ਼ਰੂਰ ਲੱਗਦੀ ਹੋਵੇਗੀ, ਪਰ ਹੈ ਨਹੀਂ, ਹੋ ਨਹੀਂ ਸਕਦਾ। ਇਸ ਤਰ੍ਹਾਂ ਇਹ ਸੰਸਾਰ ਝੂਠਾ ਹੈ। ਬਿਨ ਅਸਥਨ ਗਊ ਲਵੇਰੀ। ਜੇ ਕੋਈ ਬੰਦਾ ਇਹ ਗੱਲ ਕਵੇ ਵੀ ਗਾਂ ਦੇ ਥਣ ਨਹੀਂ ਹੈਗੇ, ਪਰ ਗਾਂ ਨੇ ਬੜਾ ਭਾਰੀ ਦੁੱਧ ਦਿੱਤਾ, ਭਾਂਡੇ ਹੀ ਭਰ ਗਏ, ਅਤੇ ਇਹ ਗਾਂ ਰੋਜ਼ ਹੀ ਦੁੱਧ ਦਿੰਦੀ ਹੈ, ਕਹਿੰਦੇ ਬਚਨ ਝੂਠਾ ਹੈ ਭਾਈ, ਕਿ ਥਣਾ ਤੋਂ ਬਿਨਾ ਦੁੱਧ ਆ ਹੀ ਨਹੀਂ ਸਕਦਾ, ਤੇ ਭਾਂਡਾ ਕਿਵੇਂ ਭਰ ਗਿਆ? ਬਿਨ ਅਸਥਨ। ਅਸਥਨ ਕਹਿੰਦੇ ਵੀ ਥਣ, ਕਹਿੰਦੇ ਵੀ ਗਊ ਜਿਹੜੀ ਲਵੇਰੀ ਹੈ, ਲਵੇਰੀ ਤੋਂ ਭਾਵ ਹੈ ਰੋਜ਼ ਦੁੱਧ ਦੇਣ ਵਾਲੀ। ਗਾਂ ਨੂੰ ਥਣ ਤੇ ਹੈ ਕੋਈ ਨਹੀਂ, ਪਰ ਕਹਿੰਦਾ ਪਿਆ ਵੀ ਇਹ ਗਾਂ ਨੇ ਦੁੱਧ ਦੇ ਕੇ ਭਾਂਡੇ ਭਰ ਦਿੱਤੇ। ਇਹ ਬਚਨ ਝੂਠਾ ਹੈ, ਇਸ ਤਰ੍ਹਾਂ ਹੁੰਦਾ ਨਹੀਂ। ਐਸੇ ਤਰ੍ਹਾਂ ਭਾਈ ਇਹ ਸੰਸਾਰ ਝੂਠਾ ਹੈ, ਇਹ ਤ੍ਰੈ ਕਾਲ ਸਮੇਂ ਵਿੱਚ ਹੈ ਨਹੀਂ, ਕੇਵਲ ਪ੍ਰਤੀਤ ਮਾਤਰ ਹੀ ਹੈ। ਪੈਂਡੇ ਬਿਨ ਘਾਟ ਕਨੇਰੀ। ਜੇ ਕੋਈ ਬੰਦਾ ਕਵੇ ਬਾਟ, ਪਾਤਸ਼ਾਹ ਕਹਿਣ ਲੱਗੇ ਭਾਈ, ਜੇ ਕੋਈ ਬੰਦਾ ਆਖੇ ਵੀ ਰਸਤਾ ਤੇ ਹੋਵੇ ਹੀ ਨਾ, ਤੇ ਬੰਦਾ ਇਹ ਗੱਲ ਕਵੇ ਮੈਂ ਤੇ ਬੜਾ ਲੰਮਾ ਸਫ਼ਰ ਕਰਕੇ ਆਇਆ, ਤੇ ਪੁੱਛਣ ਵਾਲੇ ਨੇ ਕਹਿਣਾ ਵੀ ਸਫ਼ਰ ਤੂੰ ਕਿੱਥੋਂ ਕਰਕੇ ਆਇਆ? ਸਫ਼ਰ ਤੇ ਰਸਤਾ ਤੇ ਹੈ ਹੀ ਨਹੀਂ, ਨਾ ਕੋਈ ਚੱਲਣ ਵਾਲਾ, ਨਾ ਕੋਈ ਭੱਜਣ ਵਾਲਾ ਰਸਤਾ ਨਹੀਂ ਹੈ, ਰਸਤੇ ਬਿਨਾਂ ਤੂੰ ਕਿਵੇਂ ਸਫ਼ਰ ਕਰ ਆਇਆ? ਜਿਵੇਂ ਇਹ ਬਚਨ ਝੂਠਾ ਹੈ। ਜੇ ਸਫ਼ਰ ਕਰਨਾ ਹੈ ਤੇ ਸੜਕ ਚਾਹੀਦੀ ਹੈ, ਜੇ ਸੜਕ ਨਹੀਂ ਹੈ ਜਾਂ ਕੋਈ ਰਸਤਾ ਨਹੀਂ ਹੈ ਤੇ ਸਫ਼ਰ ਕਿਵੇਂ ਹੋ ਸਕਦਾ ਹੈ? ਸਫ਼ਰ ਵੀ ਤਾਂ ਹੁੰਦਾ ਜੇ ਰਸਤਾ ਹੋਵੇ। ਪਾਤਸ਼ਾਹ ਕਹਿਣ ਲੱਗੇ ਜਿਵੇਂ ਕਹਿਣ 'ਚ ਬਚਨ ਝੂਠਾ ਹੈ, ਐਸੇ ਤਰ੍ਹਾਂ ਭਾਈ ਇਹ ਸੰਸਾਰ ਨੂੰ ਵੀ ਝੂਠਾ ਜਨ ਨਾ ਕਰ। ਬਿਨ ਸਤਿਗੁਰ ਬਾਟ ਨਾ ਪਾਈ। ਸਤਿਗੁਰੂ ਪਾਤਸ਼ਾਹ ਕਹਿੰਦੇ ਭਾਈ ਗੁਰੂ ਤੋਂ ਬਿਨਾ ਬਾਟ ਕਹੀਏ ਜੋ ਰਸਤਾ ਹੈ, ਗੁਰੂ ਬਿਨਾ ਰਸਤਾ ਨਹੀਂ ਪ੍ਰਾਪਤ ਹੁੰਦਾ। ਭੂਲੇ ਮਾਰਗ ਜਿਨੇ ਬਤਾਇਆ, ਐਸਾ ਗੁਰ ਵਡ ਭਾਗੀ ਪਾਇਆ। ਸਿਮਰ ਮਨਾ ਰਾਮ ਨਾਮ ਚਿਤਾਰੇ, ਬਸਰੇ ਹਿਰਦੈ ਗੁਰ ਚਰਨ ਪਿਆਰੇ। ਪਾਤਸ਼ਾਹ ਕਹਿਣ ਲੱਗੇ ਭਾਈ ਗੁਰੂ ਤੋਂ ਬਿਨਾ ਇਹ ਨਿਸ਼ਚਾ ਕਰਨ ਰੂਪੀ ਵਾਟ ਰਸਤਾ ਵੀ ਨਹੀਂ ਪਾਇਆ। ਨਿਸ਼ਚਾ ਵੀ ਤਾਂ ਹੁੰਦਾ ਜੇ ਗੁਰੂ ਹੋਵੇ, ਗੁਰੂ ਤੋਂ ਬਿਨਾ ਭਰੋਸਾ ਨਹੀਂ ਵੱਜਦਾ, ਕਿਉਂਕਿ ਭਰੋਸਾ ਵੱਜਣਾ ਹੀ ਗੁਰੂ ਦੇ ਉੱਪਰ ਹੈ। ਤਾਤੀ ਵਾਉ ਨ ਲੱਗੇ ਪਾਰ ਬ੍ਰਹਮ ਸਰਨਾਈ, ਇਹ ਭਰੋਸਾ ਤਾਂ ਵੱਜੇਗਾ, ਗੁਰੂ ਤੋਂ ਬਿਨਾ ਤੇ ਭਰੋਸਾ ਵੀ ਨਹੀਂ ਆਉਂਦਾ ਹੈ। ਕਹੋ ਕਬੀਰ ਸਮਝਾਈ। ਕਬੀਰ ਸਾਹਿਬ ਜੀ ਕਹਿੰਦੇ ਭਾਈ ਇਹ ਤੈਨੂੰ ਬਚਨ ਅਸੀਂ ਚੰਗੀ ਤਰ੍ਹਾਂ ਸਮਝਾਇਆ ਵੀ ਇਹ ਸੰਸਾਰ
ਮਿਥਿਆ ਰੂਪ ਜਾਣ ਲਾ। ਜਿਵੇਂ ਇਹ 11 ਉਦਾਹਰਨਾਂ ਦਿੱਤੀਆਂ ਕਬੀਰ ਸਾਹਿਬ ਨੇ, ਕਹਿੰਦੇ ਜਿਵੇਂ 11 ਉਦਾਹਰਨਾਂ ਵਿੱਚ ਨਹੀਂ ਕੁਝ ਹੋ ਸਕਦਾ, ਸਾਰੇ ਬਚਨ ਵੇਖਣ ਨੂੰ ਝੂਠੇ ਜਾਪਦੇ, ਐਸੇ ਤਰ੍ਹਾਂ ਭਾਈ ਇਹ ਸੰਸਾਰ ਝੂਠਾ ਹੈ। ਇਹ ਪੁੱਛਣ ਵਾਲੇ ਨੂੰ ਜਵਾਬ ਦਿੱਤਾ। ਇਸੇ ਸ਼ਬਦ ਨੂੰ ਦੁਬਾਰ ਤੋਂ ਫਿਰ ਮਹਾਰਾਜ ਸਾਨੂੰ ਇਹਦੇ ਅਰਥ ਸਮਝਾਉਣ ਵਾਸਤੇ ਕਿਰਪਾ ਕਰਦੇ ਹਨ। ਜੋਏ ਖਸਮ ਹੈ ਜਾਇਆ। ਕਬੀਰ ਸਾਹਿਬ ਜੀ ਕਹਿਣ ਲੱਗੇ ਜੋਏ ਨਾਮ ਹੈ ਮਾਇਆ ਦਾ। ਜੇ ਕੋਈ ਬੰਦਾ ਕਵੇ ਮਾਇਆ ਅਤੇ ਖਸਮ ਕਹੀਏ ਪਰਮਾਤਮਾ ਨੇ ਜੀਵ ਰੂਪ ਕਰਕੇ ਜਾਇਆ ਪੈਦਾ ਕੀਤਾ। ਜੇ ਕੋਈ ਬੰਦਾ ਇਹ ਗੱਲ ਕਵੇ ਵੀ ਇਸ ਮਾਇਆ ਨੇ ਪਰਮਾਤਮਾ ਨੂੰ ਪੈਦਾ ਕੀਤਾ, ਕਹਿੰਦੇ ਨਹੀਂ ਭਾਈ ਇਸ ਤਰ੍ਹਾਂ ਨਹੀਂ ਹੋ ਸਕਦਾ। ਪਰਮਾਤਮਾ ਨੇ ਦੁਨੀਆ ਬਣਾਈ ਹੈ, ਪਰਮਾਤਮਾ ਨੂੰ ਕਿਸੇ ਨੇ ਨਹੀਂ ਬਣਾਇਆ। ਜੋਏ ਨਾਮ ਮਾਇਆ, ਕਹਿੰਦੇ ਜੇ ਕੋਈ ਕਵੇ ਕਿ ਮਾਇਆ ਨੇ ਖਸਮ ਕਹੀਏ ਪਰਮਾਤਮਾ ਨੂੰ ਜੀਵ ਰੂਪ ਕਰਕੇ ਪੈਦਾ ਕੀਤਾ, ਵੀ ਰੱਬ ਨੂੰ ਉਹਨੇ ਇੱਕ ਸੰਸਾਰੀ ਜੀਵ ਬਣਾ ਕੇ ਭੇਜਿਆ ਹੈ ਮਾਇਆ ਨੇ, ਕਹਿੰਦੇ ਨਹੀਂ ਭਾਈ ਮਾਇਆ 'ਚ ਥੋੜ੍ਹੀ ਇਹ ਤਾਕਤ ਹੈ। ਮਾਇਆ ਤੇ ਪਰਮਾਤਮਾ ਦੀ ਗੁਲਾਮ ਹੈ, ਉਹਦੇ ਹੁਕਮ ਦੇ ਵਿੱਚ ਹੈ। ਮਾਇਆ ਵਿੱਚ ਇਹ ਸਮਰੱਥਾ ਨਹੀਂ ਕਿ ਉਹ ਪਰਮਾਤਮਾ ਨੂੰ ਇਸ ਤਰ੍ਹਾਂ ਦੁਨੀਆ ਵਿੱਚ ਭੇਜ ਦੇਣਾ, ਕਰੇ ਜੀਵ ਬਣਾ ਕੇ। ਪੂਤ ਬਾਪ ਖਿਲਾਇਆ। ਗੁਰਮੁਖੋ ਪੂਤ ਕੌਣ ਹੈ? ਮਨ। ਜੇ ਕੋਈ ਕਹੇ ਵੀ ਮੈਂ ਆਪਣੇ ਮਨ ਨੇ ਆਪਣੇ ਪਿਤਾ ਜੀਵ ਨੂੰ ਪਦਾਰਥਾਂ ਵਿੱਚ ਖਿਡੌਣਾ ਕੀਤਾ, ਪੂਤ ਕੌਣ ਹੈ? ਪੂਤ ਹੈ ਗੁਰਮੁਖੋ ਇਸੇ ਤਰ੍ਹਾਂ ਮਨ, ਤੇ ਬਾਪ ਕੀ ਹੈ? ਪਦਾਰਥ। ਕਹਿਣ ਲੱਗੇ ਇਹ ਜਿਹੜਾ ਮਨ ਹੈ ਨਾ, ਇਹ ਜੀਵ ਨੂੰ ਖਿਡਾਉਂਦਾ ਹੈ। ਕਿਵੇਂ ਖਿਡਾਉਂਦਾ ਹੈ? ਸੋਹਣੇ ਸੋਹਣੇ ਪਦਾਰਥ ਵੇਖ ਕੇ ਚੰਗੇ ਲੱਗਦੇ, ਮਨ ਅੰਦਰੋਂ ਆਵਾਜ਼ਾਂ ਦਿੰਦਾ ਵੀ ਆ ਵੀ ਲੈ ਲਾ, ਆ ਵੀ ਲੈ ਲਾ, ਆ ਵੀ ਖਾ ਲਾ, ਆ ਵੀ ਚੀਜ਼ ਨੂੰ ਭੋਗ ਲੈਣਾ ਕਰ। ਪਾਤਸ਼ਾਹ ਕਹਿਣ ਲੱਗੇ ਜਿਸ ਤਰ੍ਹਾਂ ਪੂਤ ਕਹੀਏ ਮਨ ਨੇ ਆਪਣੇ ਪਿਤਾ, ਇਹ ਜੋ ਜੀਵ ਹੈ ਕਈ ਤਰ੍ਹਾਂ ਦੇ ਪਦਾਰਥਾਂ ਦੇ ਵਿੱਚ ਖਿਡੌਣਾ ਕੀਤਾ ਹੈ, ਜਿਸ ਕਰਕੇ ਇਹ ਕੁਸੰਗ ਤੋਂ ਬਚਣਾ। ਤੇ ਮਹਾਰਾਜ ਨੇ ਆਖਿਆ ਨੀਚ ਸੰਗ ਕੀਚਿਆ ਨਹੀਂ। ਪਾਤਸ਼ਾਹ ਕਹਿੰਦੇ ਮਾੜੇ ਬੰਦੇ ਦੀ ਸੰਗਤ ਨਾ ਕਰਿਆ ਕਰ। ਇਹ 10ਵੇਂ ਪਾਤਸ਼ਾਹ ਨੇ ਆਖਿਆ ਨੀਚ ਸੰਗ ਕੀਚਿਆ ਨਹੀਂ, ਮਾੜੇ ਬੰਦੇ ਦੀ ਸੰਗਤ ਨਾ ਕਰ। ਸੁਨੋ ਮੀਤ ਕੁਮਾਰ, ਐ ਮਿੱਤਰੋ ਸੁਣੋ ਸਾਡਾ ਬਚਨ। ਭੇਡ ਪੂਛ ਭਾਦੋ ਨਦੀ। ਜੇ ਕੋਈ ਬੰਦਾ ਕਵੇ ਨਾ ਵੀ ਨਦੀ ਭਰੀ ਹੋਈ ਹੈ ਤੇ ਮੈਂ ਭੇਡ ਦੀ ਪੂਛ ਫੜ ਕੇ ਤੇ ਨਦੀ ਪਾਰ ਕਰ ਦਿਆਂਗਾ, ਪਾਤਸ਼ਾਹ ਕਹਿੰਦੇ ਭੇਡ ਨੂੰ ਤਰਨਾ ਨਹੀਂ ਆਉਂਦਾ। ਭੇਡ ਨੇ ਡੁੱਬ ਜਾਣਾ ਪਾਣੀ ਵਿੱਚ, ਜੇ ਤੂੰ ਪੂਛ ਫੜੇਗਾ ਤੇ ਡੁੱਬ ਤੂੰ ਵੀ ਜਾਣਾ ਹੈ। ਭੇਡ ਪੂਛ ਭਾਦੋ ਨਦੀ ਕੋ ਗਹਿ ਉਤਰਿਓ ਪਾਰ। ਜਿਵੇਂ ਭੇਡ ਦੀ ਪੂਛ ਫੜ ਕੇ ਨਦੀ ਪਾਰ ਨਹੀਂ ਹੋਇਆ ਜਾ ਸਕਦਾ, ਐਸੇ ਤਰ੍ਹਾਂ ਭਾਈ ਪਿਆਰਿਆ ਇਹ ਜਿਹੜੇ ਪਦਾਰਥ ਨੇ ਨਾ, ਇਹਨਾਂ ਨੂੰ ਫੜ ਕੇ ਵੀ ਦੁਨੀਆ ਤੋਂ ਪਾਰ ਨਹੀਂ ਹੋਇਆ ਜਾਣਾ। ਜਿੰਨੇ ਮਰਜ਼ੀ ਪਦਾਰਥ ਫੜ ਕੇ ਕੋਲ ਰੱਖ ਲਾ ਵੀ ਆਹ ਮੈਨੂੰ ਚੀਜ਼ ਪਾਰ ਕਰ ਦੇਗੀ, ਨਹੀਂ ਪਾਰ ਕੋਈ ਨਹੀਂ ਕਰ ਸਕਦਾ ਹੈ। ਇਸ ਤਰ੍ਹਾਂ ਇਸ ਆਪਣੇ ਮਨ ਨੂੰ ਪਦਾਰਥਾਂ ਤੋਂ ਦੂਰ ਉਪਰਾਮ ਕਰਕੇ ਰੱਖ, ਜੇ ਆਪਣਾ ਭਲਾ ਕਰਨਾ ਚਾਹੁੰਦਾ ਹੈ। ਸਰਵਣਾ ਖੀਰ ਪਿਲਾਇਆ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਭਾਈ ਬਚਨ ਇਹ ਹੈ ਕਿ ਜੇ ਕੋਈ ਬੰਦਾ ਇਹ ਗੱਲ ਕਵੇ ਤੇ ਗੁਰਮੁਖੋ ਸ਼ਰਵਣ ਨਾਮ ਕੰਨਾਂ ਦਾ ਹੈ। ਕੰਨਾਂ ਦੇ ਵਿੱਚ ਹੁੰਦੇ ਛੇਦ, ਕੰਨ ਇਤਿਆਦਿਕ ਜਿਹੜੀਆਂ ਇੰਦਰੀਆਂ ਨੇ, ਇਹਨਾਂ ਤੋਂ ਬਿਨਾ ਜੋ ਪਰਮਾਤਮਾ ਹੈ ਉਹ ਜੀਵ ਰੂਪੀ ਲੜਕੇ ਨੂੰ ਖੀਰ ਪਿਆਇਆ, ਦੁੱਧ ਆਦਿ ਕਈ ਤਰ੍ਹਾਂ ਦੇ ਪਦਾਰਥ ਛਕਾਉਂਦਾ ਹੈ। ਬਿਨ ਸ਼ਰਵਣਾ ਪਰਮਾਤਮਾ ਦੇ ਕੋਈ ਕੰਨ ਹੈ ਹੀ ਨਹੀਂ, ਉਹ ਕੰਨਾਂ ਤੋਂ ਬਿਨਾ ਹੈ। ਆਪਾਂ ਪੜ੍ਹਦੇ ਹਾਂ ਨਾ ਤਤ ਹੈ ਨਾ ਮਤ ਹੈ ਨਾ ਜਤ ਹੈ ਨਾ ਪਤ ਹੈ, ਨਾ ਕੋਈ ਮਾਂ ਨਾ ਕੋਈ ਬਾਪ ਨਾ ਕੋਈ ਪੁੱਤਰ ਨਾ ਕੋਈ ਧੀ, ਨਾ ਹੀ ਉਹਦਾ ਕੋਈ ਰੂਪ ਰੰਗ ਹੈ, ਨਾ ਹੀ ਉਹਦੇ ਕੋਈ ਨੈਣ ਨਕਸ਼ ਨੇ, ਉਹਦੇ ਅੰਗ ਪ੍ਰਤੰਗ ਕੋਈ ਨਹੀਂ ਹਨ। ਬਿਨ ਸ਼ਰਵਣਾ, ਉਹ ਬਿਨਾ ਕੰਨਾਂ ਤੋਂ ਹੈ, ਬਿਨਾ ਅੱਖਾਂ ਤੋਂ ਹੈ, ਬਿਨਾ ਮੂੰਹ ਤੋਂ ਹੈ, ਐਸਾ ਉਹਦਾ ਸਰੂਪ ਹੈ। ਖੀਰ ਪਿਲਾਇਆ, ਉਸਨੇ ਜੀਵ ਰੂਪੀ ਲੜਕੇ ਨੂੰ ਖੀਰ ਕਹੀਏ ਕਈ ਤਰ੍ਹਾਂ ਦੇ ਪਦਾਰਥ ਇਸ ਜੀਵ ਨੂੰ ਉਹ ਪਰਮਾਤਮਾ ਖਵਾਉਂਦਾ ਹੈ। ਉਹਦੇ ਆਪਣੇ ਭਾਵੇਂ ਕੰਨ ਨਹੀਂ, ਆਪਣਾ ਭਾਵੇਂ ਸਰੀਰ ਨਹੀਂ, ਆਪਣੇ ਕਿਸੇ ਤਰ੍ਹਾਂ ਦਾ ਵੀ ਉਹਦਾ ਰੂਪ ਰੰਗ ਨਹੀਂ, ਪਰ ਜੀਵ ਰੂਪੀ ਲੜਕੇ ਨੂੰ ਪੈਦਾ ਕਰਕੇ ਉਸ ਪਦਾਰਥਾਂ ਨੇ ਕਈ ਪਰਮਾਤਮਾ ਨੇ ਕਈ ਤਰ੍ਹਾਂ ਦੇ ਪਦਾਰਥ ਦੇਣਾ ਕੀਤੇ ਹਨ। ਦੇਖੋ ਲੋਕਾਂ ਕਲ ਕੋ ਭਾਉ। ਮਹਾਰਾਜ ਕਹਿੰਦੇ ਵੇਖੋ ਭਾਈ ਪਰਮਾਤਮਾ ਦਾ ਇਹ ਜਿਹੜਾ ਭਾਉ ਪ੍ਰੇਮ ਹੈ ਕਿਵੇਂ ਬਣਿਆ। ਵਿਰੋਧੀ ਤੱਤਾਂ ਵਿੱਚ ਵੀ ਉਹਨੇ ਪ੍ਰੇਮ ਬਣਾ ਦਿੱਤਾ ਹੈ। ਧਰਤੀ ਪਾਣੀ ਦੇ ਉੱਪਰ ਤਰਦੀ ਹੈ, ਪਰ ਪਾਣੀ ਧਰਤੀ ਨੂੰ ਡੋਬ ਨਹੀਂ ਸਕਦਾ, ਹੈ ਵਿਰੋਧੀ ਹੈ ਪਾਣੀ ਧਰਤੀ ਦੇ, ਪਰ ਪਰਮਾਤਮਾ ਦਾ ਹੁਕਮ ਹੈ ਵੀ ਤੂੰ ਡੁੱਬਣਾ ਨਹੀਂ, ਤਾਰਨਾ ਹੈ, ਤੇ ਤਾਰਦਾ ਪਿਆ ਹੈ। ਲੱਕੜ ਦੇ ਵਿੱਚ ਅੱਗ ਹੈ, ਅੱਗ ਦਾ ਕੰਮ ਹੈ ਸਾੜਨਾ, ਪਰ ਆਪਣੇ ਆਪ ਕਦੇ ਵੀ ਲੱਕੜ ਨੂੰ ਅੱਗ ਨਹੀਂ ਲੱਗਦੀ, ਲਾਉਣੀ ਪੈਂਦੀ ਹੈ।
ਕੋਈ ਇਹੋ ਜਿਹੀ ਲੱਕੜ ਨਹੀਂ ਜਿਹਦੇ ਵਿੱਚ ਅੱਗ ਨਾ ਹੋਵੇ। ਸਾਰੀਆਂ ਲੱਕੜਾਂ ਦੇ ਵਿੱਚ ਅੱਗ ਛੁਪੀ ਹੋਈ ਹੈ ਰੱਬ ਦੇ ਵੱਲੋਂ। ਪਰ ਆਪਣੇ ਆਪ ਕਦੇ ਭਾਵੇਂ ਲੱਕੜ ਸੁੱਕ ਜਾਵੇ, ਸੁੱਕ ਕੇ ਗਾਲੀ ਕਿਉਂ ਨਾ ਜਾਵੇ, ਫਿਰ ਵੀ ਲੱਕੜ ਨੂੰ ਆਪਣੇ ਆਪ ਅੱਗ ਨਹੀਂ ਲੱਗਦੀ ਜਿੰਨਾ ਚਿਰ ਲਾਈਏ ਨਾ। ਇਹ ਪਰਮਾਤਮਾ ਦੀ ਸ਼ਕਤੀ ਹੈ ਕਿ ਵਿਰੋਧੀ ਤੱਤਾਂ ਨੂੰ ਉਹਨੇ ਇਕੱਠੇ ਕਰਕੇ ਰੱਖਿਆ। ਪਾਣੀ ਦਾ ਕੰਮ ਹੈ ਡੋਬਣਾ। ਰੱਬ ਦੇ ਹੁਕਮ ਤੋਂ ਬਿਨਾ ਪਾਣੀ ਧਰਤੀ ਨੂੰ ਡੋਬਦਾ ਨਹੀਂ, ਤਾਰਦਾ ਹੈ। ਅੱਗ ਦਾ ਕੰਮ ਹੈ ਸਾੜਨਾ। ਪਰਮਾਤਮਾ ਦੇ ਹੁਕਮ ਤੋਂ ਬਿਨਾ ਇਹ ਅੱਗ ਲੱਕੜ ਨੂੰ ਸਾੜਦੀ ਨਹੀਂ ਹੈ। ਸੋ ਇਸ ਤਰ੍ਹਾਂ ਇਹ ਪਰਮਾਤਮਾ ਦੀ ਕਹਿ ਲਈਏ ਭਾਵ ਕਹੀਏ ਪ੍ਰੇਮ ਬਣਾ ਦਿੱਤਾ ਵਿਰੋਧੀ ਤੱਤਾਂ ਦੇ ਵਿੱਚ। ਇਹ ਕੱਲ ਸ਼ਕਤੀ ਹੈ ਪਰਮਾਤਮਾ ਦੀ। ਵੇਖੋ ਇਸ ਤਰ੍ਹਾਂ ਦੀ ਉਹ ਕੰਮ ਕਰਦਾ ਹੈ। ਸੁਤ ਮੁਕਲਾਈ ਆਪਣੀ ਮਾਓ। ਸੁਤ ਮਾਇਆ ਦਾ ਪੁੱਤਰ ਜੋ ਜੀਵ ਹੈ, ਇਸ ਨੇ ਆਪਣੀ ਮਾਓ ਮਾਇਆ ਦਾ ਮੁਕਲਾਵਾ ਲਿਆਂਦਾ। ਕਿਹੜਾ ਮੁਕਲਾਵਾ ਲਿਆਂਦਾ ਹੈ? ਮਾਇਆ ਤੇ ਈਸ਼ਵਰ ਦਾ। ਜਿਹੜੀ ਮਾਇਆ ਹੈ ਨਾ, ਇਸ ਮਾਇਆ ਨੂੰ ਆਪਣਾ ਕਰਕੇ ਮੰਨੀ ਬੈਠਣਾ। ਆ ਵੀ ਮੇਰੀ ਹੈ, ਆ ਵੀ ਮਾਇਆ ਮੇਰੀ ਹੈ, ਆ ਵੀ ਘਰ ਮੇਰਾ ਹੈ, ਆ ਪਦਾਰਥ ਮੇਰੇ ਨੇ। ਇਹ ਜਿਹੜਾ ਆਪਣਾ ਕਰਕੇ ਮੰਨਣਾ, ਇਹ ਸਮਝ ਲਓ ਵੀ ਪੁੱਤਰ ਨੇ ਮਾਂ ਦਾ ਮੁਕਲਾਵਾ ਲਿਆਂਦਾ ਹੈ। ਪੁੱਤਰ ਕਹੀਏ ਜੀਵ, ਮਾਂ ਕਹੀਏ ਮਾਇਆ। ਇਹ ਜੀਵ ਨੇ ਮਾਇਆ ਦਾ ਮੁਕਲਾਵਾ ਲਿਆਂਦਾ ਵੀ ਆ ਸਾਰੇ ਪਦਾਰਥ ਮੇਰੇ ਕੋਲ ਹੀ ਰਹਿਣੇ ਚਾਹੀਦੇ। ਕਹਿੰਦੇ ਇਸ ਤਰ੍ਹਾਂ ਭਾਈ ਇਹ ਬਚਨ ਨੂੰ ਸਮਝ ਲੈਣਾ ਕਰ। ਰਹਾਉ ਪਗਾ ਬਿਨ ਹੋਰੀਆ ਮਾਰਤਾ। ਮਨ ਦੇ ਪੈਰ ਨਹੀਂ। ਕਦੇ ਵੇਖਿਆ ਕਿਸੇ ਨੇ ਮਨ ਪੈਰਾਂ ਨਾਲ ਚੱਲ ਕੇ ਜਾਂਦਾ? ਮਨ ਦੇ ਪੈਰ ਨਹੀਂ, ਪਰ ਮਨ ਫਿਰ ਵੀ ਛਾਲਾ ਮਾਰਦਾ। ਬੈਠੇ ਹੋਏ ਨਾ ਗੁਰੂ ਦਰਬਾਰ ਵਿੱਚ, ਮਨ ਛਾਲਾ ਮਾਰਦਾ। ਪਤਾ ਨਹੀਂ ਕਿੱਥੋਂ ਤੂੰ ਕਿੱਥੇ ਪਹੁੰਚਿਆ ਹੋਇਆ। ਮਨ ਨਹੀਂ ਟਿਕਦਾ ਹੈ, ਮਨ ਦੇ ਪੈਰ ਨਹੀਂ, ਫਿਰ ਵੀ ਛਾਲਾ ਮਾਰਦਾ ਹੈ। ਬੈਠਾ ਧਰਤੀ ਦੇ ਕਿਸੇ ਹੋਰ ਕੋਨੇ ਤੇ ਹੈ ਤੇ ਫੁਰਨਾ ਕਿਸੇ ਹੋਰ ਕੋਨੇ ਦਾ ਕਰਦਾ। ਬੈਠਾ ਮੱਕੇ ਵਿੱਚ, ਜਾਣਾ ਮਦੀਨੇ ਚਾਹੁੰਦਾ ਹੈ। ਬੈਠਾ ਹਰਿਦੁਆਰ ਤੇ ਜਾਣਾ ਰਾਮੇਸ਼ਵਰ ਚਾਹੁੰਦਾ ਹੈ। ਬੈਠਾ ਆਨੰਦਪੁਰ ਹੈ, ਜਾਣਾ ਅੰਮ੍ਰਿਤਸਰ ਚਾਹੁੰਦਾ ਹੈ। ਪਾਤਸ਼ਾਹ ਕਹਿੰਦੇ ਮਨ ਦੇ ਪੈਰ ਨਹੀਂ, ਮਨ ਫਿਰ ਵੀ ਛਾਲਾ ਮਾਰਦਾ ਹੈ। ਇਹ ਕਹਿੰਦੇ ਵੀ ਪਗਾ ਬਿਨ ਹੁਰੀਆ ਮਾਰਦਾ। ਮਨ ਦੀ ਐਸੀ ਹਾਲਤ ਹੈ, ਇਹ ਬਿਨਾਂ ਹੀ ਕਿਸੇ ਤੋਂ ਫੁਰਨੇ ਕਰਦਾ ਰਹਿੰਦਾ ਹੈ। ਬਦਨੇ ਬਿਨ ਖਿਰ ਖਿਰ ਹੱਸਦਾ। ਇਹ ਮਨ ਮੂੰਹ ਤੋਂ ਬਿਨਾਂ ਹੀ ਹੱਸਦਾ ਹੈ। ਇਹ ਜਿਹੜਾ ਮਨ ਹੈ ਨਾ, ਮਨ ਦਾ ਮੂੰਹ ਥੋੜੀ ਹੈ। ਕੋਈ ਇਹ ਥੋੜੀ ਕਹਿ ਸਕਦਾ ਵੀ ਆਹ ਮਨ ਦਾ ਮੂੰਹ ਹੈ। ਮਨ ਦਾ ਮੂੰਹ ਨਹੀਂ, ਪਰ ਮਨ ਹੱਸਦਾ ਪਿਆ। ਜਦੋਂ ਕਿਸੇ ਦਾ ਕੰਮ ਵਿਗੜ ਜਾਂਦਾ, ਆਪਾਂ ਅੰਦਰੋਂ ਬੜੇ ਖੁਸ਼ ਹੁੰਦੇ ਆ। ਮਨ ਬੜਾ ਖੁਸ਼ ਹੁੰਦਾ ਵੀ ਆਹ ਚੰਗਾ ਹੋਇਆ। ਜਦੋਂ ਕਿਸੇ ਦਾ ਕੰਮ ਬਣ ਜਾਂਦਾ, ਉਦੋਂ ਮਨ ਅੰਦਰੋਂ ਉਦਾਸ ਹੋ ਜਾਂਦਾ। ਮਨ ਦਾ ਮੂੰਹ ਨਹੀਂ ਹੈ, ਪਰ ਮਨ ਫਿਰ ਵੀ ਕਿਸੇ ਦਾ ਵਿਗੜਿਆ ਕੰਮ ਵੇਖ ਕੇ ਖੁਸ਼, ਬਣਿਆ ਕੰਮ ਵੇਖ ਕੇ ਉਦਾਸ। ਇਹ ਮਨ ਦੀ ਐਸੀ ਹਾਲਤ ਹੈ। ਨਿੰਦਰਾ ਬਿਨ ਨਰ ਪੈਸੋਵੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਵਾਸਤਵ ਦੇ ਵਿੱਚ ਇਹ ਜਿਹੜਾ ਜੀਵ ਹੈ ਨਾ, ਵਿਦਿਆ ਰੂਪੀ ਨੀਂਦ ਤੋਂ ਬਿਨਾਂ ਹੀ ਹੈ, ਪਰ ਭੁਲੇਖੇ ਕਰਕੇ ਵਿਦਿਆ ਰੂਪੀ ਨੀਂਦ ਵਿੱਚ ਸੁੱਤਾ ਪਿਆ ਹੈ। ਕਿਉਂਕਿ ਜੀਵ ਹੈ ਤੇ ਪ੍ਰਮਾਤਮਾ ਦਾ ਹੀ ਰੂਪ ਹੈ ਨਾ, ਇਸ ਕਰਕੇ ਇਹਨੂੰ ਵਿਦਿਆ ਨਹੀਂ ਹੋਣੀ ਚਾਹੀਦੀ ਰੱਬ ਦਾ ਰੂਪ ਹੋਣ ਕਰਕੇ, ਪਰ ਰੱਬ ਤੋਂ ਟੁੱਟ ਗਿਆ ਹੈ, ਇਸ ਕਰਕੇ ਇਹ ਵਿਦਿਆ ਦੀ ਨੀਂਦ ਵਿੱਚ ਸੁੱਤਾ ਹੈ। ਬਾਸਨ ਖੀਰ ਬਿਲੋਵੈ। ਮਹਾਰਾਜ ਕਹਿਣ ਲੱਗੇ ਭਾਈ ਗੁਰਮੁਖਾ, ਇਹ ਜਿਹੜੀ ਮਾਇਆ ਹੈ ਨਾ, ਮਾਇਆ, ਇਹ ਸੁਖ ਦੀ ਪ੍ਰਾਪਤੀ ਕਰਨੀ ਇਹ ਨਿਸ਼ਫਲ ਹੈ। ਜਿਵੇਂ ਕੋਈ ਬੰਦਾ ਕਹੇ ਵੀ ਭਾਂਡੇ ਬਿਨਾਂ ਦੁੱਧ ਨਹੀਂ ਰਿੜਕੀਦਾ, ਐਸੇ ਤਰ੍ਹਾਂ ਗੁਰਮੁਖੋ ਇਹ ਮਾਇਆ ਜਿੰਨੀ ਮਰਜ਼ੀ ਆ ਜਾਵੇ, ਸੁਖ ਨਹੀਂ ਜੇ ਮਿਲਦਾ ਇਹਦੇ ਨਾਲ। ਕੋਈ ਬੰਦਾ ਕਹੇ ਵੀ ਢੇਰਾਂ ਦੇ ਢੇਰ ਇਕੱਠੇ ਕਰ ਲਵਾਂ, ਜਿੰਨੇ ਮਰਜ਼ੀ ਇਕੱਠੇ ਕਰ ਲਵੇ, ਇਹ ਮਾਇਆ ਸੁਖ ਨਹੀਂ ਦਿੰਦੀ। ਜਿਵੇਂ ਭਾਂਡੇ ਬਿਨਾਂ ਦੁੱਧ ਨਹੀਂ ਰਿੜਕਿਆ ਜਾਂਦਾ, ਐਵੇਂ ਮਾਇਆ ਦੇ ਨਾਲ ਦੁਨੀਆ ਦਾ ਸੁਖ ਨਹੀਂ ਮਿਲਦਾ ਹੈ। ਇਹ ਤੇਰੇ ਮਨ ਦਾ ਭੁਲੇਖਾ ਬਣਿਆ ਹੋਇਆ ਹੈ। ਬਿਨ ਅਸਤਨ ਗਊ ਲਵੇਰੀ। ਸਤਿਗੁਰੂ ਪਾਤਸ਼ਾਹ ਕਹਿੰਦੇ ਮਾਇਆ ਜਿਹੜੀ ਹੈ ਨਾ, ਇਹ ਗਊ ਹੈ। ਇਹ ਸੁਖ ਰੂਪੀ ਅਸਥਾਨ ਤੋਂ ਬਿਨਾਂ ਹੈ। ਇਹ ਜਿਹੜੀ ਮਾਇਆ ਹੈ, ਇਹਦੇ ਵਿੱਚ ਸੁਖਾਂ ਰੂਪੀ ਥਣ ਹੈ ਹੀ ਨਹੀਂ। ਜਿਵੇਂ ਗਾਂ ਦਾ ਥਣ ਨਾ ਹੋਵੇ ਤੇ ਗਾਂ ਦਾ ਦੁੱਧ ਕਿਵੇਂ ਚੋਵੋਗੇ? ਇਹ ਜਿਹੜੀ ਮਾਇਆ ਹੈ ਨਾ, ਮਾਇਆ ਵਿੱਚ ਸੁਖ ਦੇ ਦੇਣਾ, ਇਹ ਜਿਹੜਾ ਸੁਖ ਦੇਣਾ, ਇਹ ਥਣ ਹੈ ਹੀ ਨਹੀਂ ਮਾਇਆ ਦੇ ਵਿੱਚ। ਤੇ ਪਾਤਸ਼ਾਹ ਕਹਿਣ ਲੱਗੇ ਫਿਰ ਤੁਸੀਂ ਸਮਝੋ ਵੀ ਲਵੇਰੀ, ਵੀ ਇਹ ਮਾਇਆ ਰੋਜ਼ ਹੀ ਸੁਖ ਦੇਵੇਗੀ, ਨਹੀਂ ਦੇ ਸਕਦੀ ਕਿਸੇ ਨੂੰ ਸੁਖ। ਜਿਵੇਂ ਬਿਨਾਂ ਥਣਾ ਤੋਂ ਗਾਂ ਨੂੰ ਲਵੇਰੀ ਨਹੀਂ ਕਿਹਾ ਜਾ ਸਕਦਾ, ਐਸੇ ਤਰ੍ਹਾਂ ਭਾਈ ਇਹ ਜਿਹੜੀ ਮਾਇਆ ਹੈ, ਇਹਨੂੰ ਸੁਖ ਰੂਪੀ ਥਣ ਲੱਗਾ ਹੀ ਨਹੀਂ ਹੋਇਆ, ਤੇ ਫਿਰ ਤੁਹਾਨੂੰ ਸੁਖ ਦੇ ਕਿਵੇਂ ਦਾ? ਨਹੀਂ ਦਿੰਦੀ ਨਹੀਂ ਹੈ। ਇਹ ਤੇਰੇ ਮਨ ਦਾ ਭੁਲੇਖਾ ਹੈ। ਪੈਂਡੇ ਬਿਨ ਬਾਟ ਕਨੇਰੀ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਆਪਣਾ ਆਪ ਜਦੋਂ ਨਿਸ਼ਚੇ ਹੋ ਜਾਵੇ ਨਾ, ਤੇ ਬੰਦੇ ਦਾ ਤੇ ਰੱਬ ਦਾ ਕੋਈ ਪੈਂਡਾ ਰਸਤਾ ਨਹੀਂ ਹੈ। ਅਸੀਂ ਰੱਬ ਤੋਂ ਕੋਈ ਦੂਰ ਨਹੀਂ। ਬੁੱਲੇ ਨੇ ਆਖਿਆ, ਕਹਿਣ ਲੱਗਾ ਰੱਬ ਤੇਰੇ ਤੋਂ ਵੱਖ ਨਹੀਂ, ਪਰ ਤੇਰੀ ਵੇਖਣ ਵਾਲੀ। ਰੱਬ ਦੂਰ ਥੋੜੀ ਹੈ,
महाराज कहते वसी रब हयाली है, रब अंदर है, तेरे तो दूर नहीं। नेत्री सतगुरु पेखना, नेत्रां दे विच भी वो बैठा है, कन्नां दे विच वो बैठा है, जुबान ते वो वसिया हुआ। परमात्मा तेरे तो दूर नहीं है तेरे नाल ही है। महाराज कहन लगे अपना आप जदों तेनू निश्चय हो गया ना कि मैं ब्रह्म ही हाँ, उदों रब तेरे तो दूर नहीं बिल्कुल। कह कबीर हाथ पैर नेड़े, कबीर साहब जी कहते हाथ तो दूर है, रब हाथ तो भी नेड़े है। पैर दूर हो सकते ने, बंदे का 6 फुट कद है तो सिर तो लैके तो पैर 6 फुट दूरी ते ही होए ना, ये पैर भी दूर हो सकते बंदे दे, रब ये तो भी नेड़े है। पर ये उन्होंने पता लगा जिन्होंने ब्रह्म की प्राप्ति की है। पैडे बिन कहन लगे भी अपना आप रूप निश्चय कर लिया, फिर समझ लग जाएगी मेरे विच रब दे विच कोई पैंडा है ही नहीं, कोई दूरी है ही नहीं, मेरे कोल ही है। पर जिन्ना चिर इस निश्चय नूं नहीं पाउंदा है उन्ना चिर जीव मन्नी बैठा भी रब तो मेरे तो बहुत दूर है। जिन्ना चिर असीं ये निश्चय नहीं ना कर लेंदे भी मेरे विच रब वसिया, उन्ना चिर ते ऐसा इस तरह ही लगना है फलाना गुरुद्वारा इन्नी दूर है, फलाना मंदिर इन्नी दूर है, फलानी मसीत इन्नी दूर, भी रब तो उत्थे बैठा है। ये तेरे मन का भुलेखा है, रब तेरे तो दूर नहीं है, बिल्कुल तेरे नेड़े है। बिन सतगुर बाट न पाई, पर गुरमुखो सतगुरां तो बिना ज्ञान ते भगती का रस्ता नहीं प्राप्त होंदा, जिन्ना चिर गुरु वाले नहीं बनते। साडा कई बारी ये असीं कह दिंदे हां मेरा ते मन बड़ा शुद्ध है, मैनू गुरु बनाउण दी लोड़ की है। महाराज कहते बिन सतगुर बाट ना पाई, गुरु तो बिना मुक्ति का रस्ता मिलना ही नहीं, गुरु बनाउणा बहुत जरूरी है। ना बनाउणा होवे कबीर साहब नूं की लोड़ है जाके रस्ते विच लम्मे पैण दी। इसे तरह भगत बेणी वर्गे होए, उन्होंने की लोड़ है जाके उत्थे रब नूं प्राप्त करन वास्ते। भगत सैन जी होए, उन्होंने की लोड़ है। ये गुरमुखो जरूरी है गुरु नूं प्राप्त करना। कहो बेणी गुरमुख ध्यावै, बिन सतगुर बाट ना पावै। ये भगत बेणी जी का बचन है, गुरु बिना रस्ता नहीं जे लभदा। कहो नानक निहचो ध्यावै, बिन सतगुर बाट ना पावे। गुरु नानक साहब का बचन है, इस तरह फरमाउंदे हन। बिन सतगुर बाट न पाई, गुरु तो बिना मुक्ति का रस्ता नहीं मिलता है। कहो कबीर समझाई, कबीर साहब जी ये बचन तुहानू समझा के आख्या। कबीर साहब जी कहते हो भाई प्यारिया ये बचन तैनू समझाया है, बचन पल्ले बन ला भी गुरु बिना रब दे घर का रस्ता मिलना ही नहीं, गुरु ने रस्ता देना है। ये महाराज ने अमृत वेले दियां दातां बख्शियां, भुलां चुकां दी मुआफी दिओ सज्जन असी सड़ी, जो होवे साहिब सो मिलो। बिन सतगुर बाट न पाई, कहो कबीर समझाई। वाहिगुरु जी का खालसा, वाहिगुरु जी की फतेह।